आओ ਆਪਾਂ परमेश्वर का वचन देखांगे और ਆਪਾਂ देखांगे प्रकाश की पोथी पवित्र बाइबल दे विच प्रकाश की पोथी ਉਹਦਾ पढ़ांगे ਆਪਾਂ 3 अध्याय ਉਹਦੇ 7 ਤੋਂ ਲੈ ਕੇ ਉਹਦੇ 10 ਤੱਕ ਪੜੋ। ਫਿਲਦਲਫੀਏ ਦੀ ਕਲੀਸਿਆ ਦੇ ਦੂਤ ਨੂੰ ਇਹੋ ਲਿਖ, ਫਿਲਦਲਫੀਏ ਦੀ ਕਲੀਸਿਆ ਦੇ ਦੂਤ ਨੂੰ ਇਹੋ ਲਿਖ, ਭਈ ਉਹ ਜਿਹੜਾ ਪਵਿੱਤਰ ਹੈ, ਜਿਹੜਾ ਸੱਚ ਹੈ, ਜਿਹਦੇ ਕੋਲ ਦਾਊਦ ਦੀ ਕੁੰਜੀ ਹੈ, ਜਿਹੜਾ ਖੋਲਦਾ ਹੈ ਅਤੇ ਕੋਈ ਬੰਦ ਨਹੀਂ ਕਰਦਾ, ਅਤੇ ਬੰਦ ਕਰਦਾ ਹੈ ਅਤੇ ਕੋਈ ਨਹੀਂ ਖੋਲਦਾ। ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਵੇਖ, ਮੈਂ ਤੇਰੇ ਸਾਹਮਣੇ ਇੱਕ ਖੁੱਲਾ ਹੋਇਆ ਬੂਹਾ ਜਿਹੜਾ ਕਿਸੇ ਤੋਂ ਬੰਦ ਨਹੀਂ ਹੁੰਦਾ ਧਰਿਆ ਹੈ। ਇਸ ਲਈ ਜੋ ਤੈਨੂੰ ਕੁਝ ਸਮਰੱਥਾ ਹੈ ਅਤੇ ਤੈਂ ਮੇਰੇ ਵਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਤੋਂ ਇਨਕਾਰ ਨਹੀਂ ਕੀਤਾ, ਵੇਖ, ਮੈਂ ਸ਼ੈਤਾਨ ਦੀ ਮੰਡਲੀ ਵਿੱਚੋਂ ਅਰਥਾਤ ਉਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਅਤੇ ਨਹੀਂ ਹਨ, ਸਗੋਂ ਝੂਠ ਮਾਰਦੇ ਹਨ, ਕਿੰਨਿਆਂ ਨੂੰ ਤੇਰੇ ਗੋਚਰੇ ਕਰਦਾ ਹਾਂ। ਵੇਖ, ਮੈਂ ਅਜਿਹਾ ਕਰਾਂਗਾ, ਭਈ ਉਹ ਆਉਣਗੇ ਅਤੇ ਤੇਰੇ ਪੈਰਾਂ ਦੇ ਅੱਗੇ ਮੱਥਾ ਟੇਕਣਗੇ ਅਤੇ ਜਾਣ ਲੈਣਗੇ ਜੋ ਮੈਂ ਤੇਰੇ ਨਾਲ ਪਿਆਰ ਕੀਤਾ। ਤੈਂ ਜੋ ਮੇਰੇ ਧੀਰਜ ਦੇ ਵਚਨ ਦੀ ਰੱਖਿਆ ਕੀਤੀ, ਤਾਂ ਮੈਂ ਵੀ ਪਰਤਾਵੇ ਦੇ ਉਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਵਰਤਾਉਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ, ਤੇਰੀ ਰੱਖਿਆ ਕਰਾਂਗਾ। सारे बोलो हालेलुया, हालेलुया, हालेलुया। ये परमेश्वर का वचन है और परमेश्वर का वचन परमेश्वर के आत्मा द्वारा लिखाया गया है। और प्रभु यीशु मसीह ने किया, आकाश धरती टल जाएगा, मेरा वचन कदे भी नहीं टलेगा। सो आप सारे अपना ध्यान उस परमेश्वर के वचन को बना के रखेंगे, क्योंकि साडे परमेश्वर वो साडे विचकार ने और साडे परमेश्वर वो अपना स्वर्ग सिंहासन छड्ड के वो साडे विचकार आए ने। और प्रभु यीशु मसीह साडे विचकार इसलिए आए ने ताकि इंसान नूं शांति देन, ओनू आनंद देन, ओनू चंगाई देन, ओनू बरकत देन, ओनू आशीष देन। अज इंसान दे कोल ये तीनों चीज़ां दी बहुत कमी है। अगर तो कोई पैसा हैगा तो पैसा किसी बीमारी दे विच, किसी कर्जे में खत्म हो रहा है। शांति ਉਹਦੇ ਘਰ ਦੇ ਵਿੱਚ ਨਹੀਂ, ਉਹਦੇ ਜੀਵਨ ਦੇ ਵਿੱਚ ਸ਼ਾਂਤੀ ਨਹੀਂ ਹੈ। ਤੇ ਚੰਗਾਈ ਉਹ ਅੱਜ ਦੇ ਸਮੇਂ ਦੇ ਵਿੱਚ ਕੋਈ ਇਨਸਾਨ ਦਿਖਦਾ ਹੀ ਨਹੀਂ ਕਿ ਕਿਸੇ ਨੂੰ ਕੋਈ ਰੋਗ ਨਾ ਹੋਵੇ। ਹਰ ਇਨਸਾਨ ਉਹ ਦੁੱਖ ਦੇ ਵਿੱਚ ਹੈ, ਹਰ ਇਨਸਾਨ ਉਹ ਪਰੇਸ਼ਾਨੀ ਦੇ ਵਿੱਚ ਹੈ। ਲੇਕਿਨ ਅੱਜ ਪ੍ਰਭੂ ਯਿਸੂ ਮਸੀਹ ਉਹ ਸਾਡੇ ਵਿਚਕਾਰ ਆਏ ਨੇ। ਉਹਨਾਂ ਦਾ ਇਹ ਜਗ੍ਹਾ ਆਉਣ ਦਾ ਕਾਰਨ ਇਹੀ ਹੈ ਕਿ ਪ੍ਰਭੂ ਯਿਸੂ ਮਸੀਹ ਸਾਨੂੰ ਦੱਸਣਾ ਚਾਹੁੰਦੇ ਨੇ ਕਿ ਪ੍ਰਭੂ ਯਿਸੂ ਮਸੀਹ ਕੌਣ ਹੈ। ਚਾਹੇ ਤੁਸੀਂ ਲੋਕ ਉਸ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਦੇ, ਚਾਹੇ ਤੁਸੀਂ ਲੋਕਾਂ ਨੇ ਕਦੇ ਪ੍ਰਭੂ ਯਿਸੂ ਮਸੀਹ ਬਾਰੇ ਸੁਣਿਆ ਨਹੀਂ, ਲੇਕਿਨ ਪ੍ਰਭੂ ਯਿਸੂ ਮਸੀਹ ਉਹ ਤੁਹਾਨੂੰ ਜਾਣਦੇ ਨੇ, ਕਿਉਂਕਿ ਤੁਹਾਨੂੰ ਪੈਦਾ ਕਰਨ ਵਾਲੇ, ਮੈਨੂੰ ਪੈਦਾ ਕਰਨ ਵਾਲੇ, ਸਾਨੂੰ ਸਭ ਨੂੰ ਪੈਦਾ ਕਰਨ ਵਾਲੇ ਉਹ ਇੱਕੋ ਹੀ ਪਰਮੇਸ਼ਵਰ ਨੇ, ਉਹ ਪ੍ਰਭੂ ਯਿਸੂ ਮਸੀਹ। और प्रभु यीशु मसीह वो परमेश्वर है जिहदे बोलण दे विच इन्नी सामर्थ है कि बाइबल दे विच लिखिया गा कि प्रभु यीशु मसीह ने कहा आकाश बन जा, तो आकाश बन गया। प्रभु यीशु मसीह ने कहा धरती बन जा, तो धरती बन गई। और जिन्ने भी पशु ने, जिन्ने भी जानवर ने, जिन्ने भी पंछी ने, वो सारे प्रभु यीशु मसीह ने बोल के बनाए। हुण आकाश कित्थों शुरू हुंदा गा, कित्थे जाके खत्म हुंदा गा, ये कोई नहीं जानता। असीं जिस छत के थल्ले बैठे हाँ, इस छत नूं लैंटर खड़ा करने दे लई 3 दीवारां की जरूरत पई, उहदे विच पिलर लाउणे पए एक छत नूं खड़ा करने दे लई। लेकिन परमेश्वर ने वो आकाश खड़ा कीता गा, कोई पिलर नहीं, कोई कंध नहीं, ये परमेश्वर के बोलण दे नाल होया गा। और अज तक ये उसी तरह बरकरार है। किन्नियां हनेरियां चलियां, किन्ने तूफान आए, किन्ने भूचाल आए, किन्नी बार बरसात आई, लेकिन कदे भी किते भी कोई गड़बड़ी नहीं हुई। नहीं तो लोग अपने लिए घर बनाते हैं, लैंटर बिल्डिंग
ਵੱਡੇ ਵੱਡੇ ਆਪਣੇ ਲਈ ਘਰ ਬਣਾ ਲੈਂਦੇ ਨੇ, ਲੇਕਿਨ ਕਈ ਵਾਰ ਤੂਫਾਨ ਆਉਂਦਾਗਾ, ਭੁਚਾਲ ਆਉਂਦਾਗਾ, ਮੀਂਹ ਆਉਂਦਾਗਾ, ਤਾਂ ਲੋਕਾਂ ਦੇ ਘਰ ਉਹ ਤਹਿਸ ਨਹਿਸ ਹੋ ਜਾਂਦੇ ਨੇ। ਲੇਕਿਨ ਪਰਮੇਸ਼ਵਰ ਦੇ ਬੋਲਣ ਦੇ ਵਿੱਚ ਦੇਖੋ ਕਿੰਨੀ ਸਾਮਰਥ ਹੈ ਕਿ ਪਰਮੇਸ਼ਵਰ ਨੇ ਕਿਹਾ ਆਕਾਸ਼ ਬਣ ਜਾ, ਤਾਂ ਉਹ ਆਕਾਸ਼ ਅੱਜ ਤੱਕ ਕਾਇਮ ਹੈ। ਪਰਮੇਸ਼ਵਰ ਦੇ ਵਚਨ ਨੂੰ ਬਹੁਤ ਧਿਆਨ ਨਾਲ ਸੁਣਿਓ, ਕਿਉਂਕਿ ਪਰਮੇਸ਼ਵਰ ਸਾਨੂੰ ਕੁਝ ਸਿਖਾਉਣਾ ਚਾਹੁੰਦੇ ਨੇ। ਜਦੋਂ ਪਰਮੇਸ਼ਵਰ ਨੇ ਇਨਸਾਨ ਨੂੰ ਬਣਾਉਣ ਦੇ ਲਈ ਸੋਚਿਆ, ਤਾਂ ਪਰਮੇਸ਼ਵਰ ਨੇ ਕੀ ਕੀਤਾ? ਪਰਮੇਸ਼ਵਰ ਨੇ ਬੋਲਿਆ ਨਹੀਂ, ਪਰਮੇਸ਼ਵਰ ਨੇ ਇਹ ਨਹੀਂ ਕਿਹਾ ਕਿ ਇਨਸਾਨ ਬਣ ਜਾ, ਲੇਕਿਨ ਪਰਮੇਸ਼ਵਰ ਨੇ ਕੀ ਕਰਿਆ? ਇੱਕ ਮਿੱਟੀ ਲਈ, ਮਿੱਟੀ ਨੂੰ ਗੁੰਨਿਆ ਔਰ ਆਪਣੇ ਹੱਥਾਂ ਦੇ ਨਾਲ ਇਨਸਾਨ ਦਾ ਸਰੀਰ ਉਸ ਪਰਮੇਸ਼ਵਰ ਨੇ ਤਿਆਰ ਕੀਤਾ। ਜਦੋਂ ਪਰਮੇਸ਼ਵਰ ਨੇ ਇਨਸਾਨ ਦਾ ਸਰੀਰ ਬਣਾਇਆ, ਤਾਂ ਆਪਣੇ ਵਰਗਾ ਜਿਸ ਤਰ੍ਹਾਂ ਦੇ ਸਾਡੇ ਪਰਮੇਸ਼ਵਰ ਨੇ, ਉਹਨਾਂ ਦੇ 2 ਹੱਥ ਨੇ, 2 ਪੈਰ ਨੇ, 2 ਅੱਖਾਂ ਨੇ, ਇੱਕ ਮੂੰਹ ਹੈ। ਜਿਸ ਤਰ੍ਹਾਂ ਖੁਦ ਪਰਮੇਸ਼ਵਰ ਨੇ, ਵੈਸਾ ਹੀ ਪਰਮੇਸ਼ਵਰ ਨੇ ਇਨਸਾਨ ਨੂੰ ਬਣਾਇਆ। ਉਸ ਤੋਂ ਬਾਅਦ ਉਸ ਪਰਮੇਸ਼ਵਰ ਨੇ ਇਨਸਾਨ ਦੇ ਅੰਦਰ ਆਪਣਾ ਆਤਮਾ ਪਾ ਦਿੱਤਾ ਔਰ ਆਤਮਾ ਦੇ ਨਾਲ ਇਨਸਾਨ ਜਿਉਂਦਾ ਹੈਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ ਕਿ ਪਰਮੇਸ਼ਵਰ ਸਾਨੂੰ ਕੀ ਸਿਖਾਉਣ ਵਾਲੇ ਨੇ। ਉਸ ਤੋਂ ਬਾਅਦ ਜਦੋਂ ਪਰਮੇਸ਼ਵਰ ਨੇ ਇਨਸਾਨ ਬਣਾਇਆ, ਉਹਦੇ ਲਈ ਉਸਦੀ ਸਹਾਇਕਣ, ਮਤਲਬ ਉਹਦੇ ਲਈ ਉਸਦੀ ਪਤਨੀ ਬਣਾ ਦਿੱਤੀ। ਔਰ ਦੋਨਾਂ ਨੂੰ ਜਦ ਪਰਮੇਸ਼ਵਰ ਨੇ ਬਣਾਇਆ ਸੀਗਾ, ਤਾਂ ਪਰਮੇਸ਼ਵਰ ਦੇ ਬਣਾਉਣ ਦਾ ਕਾਰਨ ਸੀਗਾ, ਆਪਾਂ ਬਾਈਬਲ ਵਿੱਚ ਦੇਖਾਂਗੇ। ਉਤਪਤ ਉਹਦਾ 2 ਅਧਿਆਇ, ਉਹਦਾ 15 ਵਚਨ। ਯਹੋਵਾ ਪਰਮੇਸ਼ਵਰ ਨੇ ਉਸ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ, ਤਾਂ ਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਪਰਮੇਸ਼ਵਰ ਨੇ ਇੱਕ ਅਦਨ ਦਾ ਬਾਗ ਬਣਾਇਆ ਸੀਗਾ ਔਰ ਸਾਰੇ ਪਸ਼ੂ, ਸਾਰੇ ਪੰਛੀ, ਸਾਰੇ ਜਾਨਵਰ, ਦੇਖੋ ਕਿੰਨੇ ਪਸ਼ੂ ਨੇ ਧਰਤੀ ਉੱਪਰ, ਕਿੰਨੇ ਪੰਛੀ ਨੇ ਧਰਤੀ ਉੱਪਰ, ਕਿੰਨੇ ਸਾਰੇ ਜਾਨਵਰ ਨੇ ਇਸ ਧਰਤੀ ਦੇ ਉੱਪਰ। ਇਹ ਸਭ ਕੁਝ ਉਸ ਪਰਮੇਸ਼ਵਰ ਨੇ ਬਣਾਇਆ ਸੀਗਾ, ਲੇਕਿਨ ਬੋਲ ਕੇ ਬਣਾਇਆ ਸੀਗਾ। ਜਦ ਇਨਸਾਨ ਨੂੰ ਬਣਾਇਆ ਤਾਂ ਆਪਣੇ ਹੱਥਾਂ ਦੇ ਨਾਲ ਬਣਾਇਆ ਸੀਗਾ, ਲੇਕਿਨ ਪਰਮੇਸ਼ਵਰ ਨੇ ਇਨਸਾਨ ਨੂੰ ਬਣਾਇਆ ਕਿਉਂ ਸੀਗਾ? ਉਹਦਾ ਕਾਰਨ ਲਿਖਿਆ ਬਾਈਬਲ ਦੇ ਵਿੱਚ। ਇੱਕ ਵਾਰ ਫਿਰ ਪੜੋ। ਯਹੋਵਾ ਪਰਮੇਸ਼ਵਰ ਨੇ ਉਸ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ, ਤਾਂ ਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ। ਕੀ ਕਰੇ? ਅਦਨ ਬਾਗ ਦੀ ਵਾਹੀ ਕਰੇ, ਮਤਲਬ ਉਹਦੇ ਵਿੱਚ ਕੰਮ ਕਰੇ। ਤੇ ਦੂਜਾ ਕੀ ਕਰੇ? ਉਹਦੀ ਰਾਖੀ ਕਰੇ, ਉਹਦੀ ਰਖਵਾਲੀ ਕਰੇ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਹੁਣ ਦੇਖੋ ਕਿੰਨੇ ਸਾਰੇ ਪਸ਼ੂ ਨੇ, ਕਿੰਨੇ ਪੰਛੀ ਨੇ, ਕਿੰਨੇ ਜਾਨਵਰ ਨੇ। ਇਹਨਾਂ ਨੂੰ ਖਾਣਾ ਖਵਾਉਣਾ ਹੋਵੇ, ਇਹਨਾਂ ਨੂੰ ਭੋਜਨ ਖਵਾਉਣਾ ਹੋਵੇ, ਇਹਨਾਂ ਨੂੰ ਪਾਣੀ ਪਿਲਾਉਣਾ ਹੋਵੇ, ਤੇ ਇੱਕ ਇੱਕ ਪਸ਼ੂ ਕਿੰਨਾ ਪਾਣੀ ਪੀ ਜਾਂਦਾ ਹੈਗਾ। ਹੋ ਸਕਦਾ ਤੁਸੀਂ ਕਦੇ ਮੈਸਾਂ ਰੱਖੀਆਂ ਹੋਣ, ਘਰ ਦੇ ਵਿੱਚ ਇੱਕ ਮੈਸ ਹੋਵੇ, ਤਾਂ ਕਿੰਨੀਆਂ ਬਾਲਟੀਆਂ ਪੀ ਜਾਂਦੇ ਪਾਣੀ ਦੀਆਂ? ਇੱਕ ਵੀ ਪੀ ਜਾਂਦੇ, 2 ਪੀ ਜਾਂਦੇ, 20 ਲੀਟਰ। ਹਾਂ, 20 ਲੀਟਰ ਤੱਕ ਪਾਣੀ ਪੀ ਜਾਂਦੀ ਹੈ ਇੱਕ ਟਾਈਮ ਦਾ। ਲੇਕਿਨ ਉੱਥੇ ਤਾਂ ਕਿੰਨੇ ਸਾਰੇ ਪਸ਼ੂ ਸੀਗੇ। ਊਠ ਦੀ ਗੱਲ ਕਰੀਏ, ਊਠ ਕਿੰਨਾ ਪਾਣੀ ਪੀਂਦਾ ਹੈਗਾ? ਉਹ ਤਾਂ ਬਹੁਤ ਪਾਣੀ ਪੀ ਜਾਂਦਾ ਹੈਗਾ। ਮਤਲਬ ਉਹਨਾਂ ਦੀ ਦੇਖਭਾਲ ਕਰਨੀ ਸੀਗੀ, ਔਰ ਜੋ ਜ਼ਮੀਨ ਸੀਗੀ ਉਹਦੀ ਵਾਹੀ ਕਰਨੀ ਸੀ, ਮਤਲਬ ਕੰਮ ਕਰਨਾ ਸੀ ਉਹਦੇ ਵਿੱਚ। ਹੁਣ ਦੇਖੋ ਇਨਸਾਨ ਦੇ ਕੋਲ ਕਿੰਨਾ ਕੰਮ ਹੈ। ਇਹਦੇ ਕੋਲ ਜਿਸ ਇਨਸਾਨ ਨੂੰ ਪਰਮੇਸ਼ਵਰ ਨੇ ਆਪਣੇ ਹੱਥਾਂ ਦੇ ਨਾਲ ਬਣਾਇਆ ਹੈਗਾ, ਜੋ ਪਹਿਲਾ ਇਨਸਾਨ ਹੈ ਜਿਹਨੂੰ ਆਦਮ ਕਹਿੰਦੇ ਨੇ, ਉਹਦੇ ਕੋਲ ਕਿੰਨਾ ਕੰਮ ਹੈ, ਲੇਕਿਨ ਉਹਦੇ ਜੀਵਨ ਵਿੱਚ ਸ਼ਾਂਤੀ ਕਿੰਨੀ ਹੈ। ਅੱਜ ਆਪਾਂ ਦੇਖਦੇ ਹਾਂ ਕਈ ਵਾਰ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ, ਕਿ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਕੋਲ ਰਸੋਈ ਦੀ ਜ਼ਿੰਮੇਵਾਰੀ ਹੁੰਦੀ ਹੈ, ਅਗਰ ਘਰ ਦੇ ਵਿੱਚ 5-4 ਮਹਿਮਾਨ ਆ ਜਾਣ, ਤਾਂ ਘਰ ਦਾ ਮਾਲਕ ਬੈਠਾ ਆਰਡਰ ਮਾਰਦਾਗਾ, ਜਲਦੀ ਕਰੋ ਰੋਟੀ ਲੈ ਕੇ ਆਓ, ਜਲਦੀ ਕਰੋ ਸਬਜ਼ੀ ਲੈ ਕੇ ਆਓ, ਜਲਦੀ ਕਰੋ ਇਹ ਕਰੋ ਉਹ ਕਰੋ। ਤਾਂ ਫਿਰ ਸਭ ਨੂੰ ਬੇਗਰ ਜਵਾਬ ਕੀ ਆਉਂਦਾਗਾ? ਅਸੀਂ ਮਸ਼ੀਨ ਥੋੜੀ ਆ, ਸਾਡੇ 2 ਹੱਥ ਨੇ, 4 ਹੱਥ ਨਹੀਂ ਹੈਗੇ। ਇਹਦਾ ਮਤਲਬ ਅਗਰ ਕਿਸੇ ਇਨਸਾਨ ਦਾ ਕੰਮ ਵੱਧ ਜਾਂਦਾਗਾ ਤਾਂ ਉਹਦੀ ਚਿੰਤਾ ਵੱਧ ਜਾਂਦੀ ਹੈ, ਉਹਦੀ ਪਰੇਸ਼ਾਨੀ ਵੱਧ ਜਾਂਦੀ ਹੈ। ਆਪਾਂ ਗੱਲ ਕਰੀਏ ਇਨਸਾਨਾਂ ਦੀ, ਅਗਰ 2-4 ਮਹਿਮਾਨ ਘਰ ਦੇ ਵਿੱਚ ਆ ਜਾਂਦੇ ਨੇ ਤਾਂ ਇਨਸਾਨ ਦਾ ਕੰਮ ਕਿੰਨਾ ਵੱਧ ਜਾਂਦਾਗਾ, ਤਾਂ ਫਿਰ ਉਹਦੀ ਪਰੇਸ਼ਾਨੀ ਵੱਧਦੀ ਹੈ। ਲੇਕਿਨ ਇੱਥੇ ਦੇਖੋ
ਪਰਮੇਸ਼ਵਰ ਨੇ ਆਦਮ ਨੂੰ ਬਣਾਇਆ ਸੀਗਾ। ਆਦਮ ਦੇ ਕੋਲ ਕਿੰਨੇ ਪਸ਼ੂ ਸੀਗੇ, ਕਿੰਨੇ ਪੰਛੀ ਸੀਗੇ? ਸਾਰਿਆਂ ਤੋਂ ਉੱਪਰ ਕੌਣ ਸੀਗਾ? ਆਦਮ ਸੀਗਾ। ਸਾਰਿਆਂ ਦੀ ਦੇਖਭਾਲ ਕਿਹਨੇ ਕਰਨੀ ਸੀਗੀ? ਆਦਮ ਨੇ ਕਰਨੀ ਸੀਗੀ। ਉਹਨਾਂ ਨੂੰ ਪਾਣੀ ਪਿਲਾਉਣਾ, ਉਹਨਾਂ ਨੂੰ ਖਾਣਾ ਖਵਾਉਣਾ, ਮਤਲਬ ਜੋ ਵੀ ਭੋਜਨ ਖਾਂਦੇ ਸੀਗੇ, ਉਹ ਕੁਝ ਵੀ ਖਾਂਦੇ ਸੀਗੇ, ਉਹ ਸਾਰੀ ਜ਼ਿੰਮੇਵਾਰੀ ਕਿਹਦੀ ਸੀਗੀ? ਆਦਮ ਦੀ। ਲੇਕਿਨ ਆਦਮ ਦੇ ਜੀਵਨ ਦੇ ਵਿੱਚ ਦੇਖੋ ਕਿੰਨੀ ਸ਼ਾਂਤੀ ਸੀਗੀ। ਹਾਲੇਲੂਇਆ। ਅਗਰ ਤੁਸੀਂ ਹਾਲੇਲੂਇਆ ਸਾਰੇ ਧਿਆਨ ਦੇ ਨਾਲ ਪਰਮੇਸ਼ਵਰ ਦੇ ਵਚਨ ਨੂੰ ਸੁਣੋ। ਅਗਰ ਤੁਸੀਂ ਆਪਣਾ ਕੰਮਕਾਰ ਕਰਦੇ ਹੋ, ਤੁਹਾਨੂੰ 1 ਲੱਖ ਦੋ ਇੱਕੋ ਸਮੇਂ 2-3 ਕੰਮ ਮਿਲ ਜਾਣ, ਤਾਂ ਤੁਹਾਡੀ ਸ਼ਾਂਤੀ ਕੀ ਹੋ ਜਾਏਗੀ? ਤੁਹਾਡੀ ਸ਼ਾਂਤੀ ਉਹ ਭੰਗ ਹੋ ਜਾਏਗੀ। ਤੁਹਾਡਾ ਸੁਭਾਅ ਕੀ ਹੈ? ਉਹ ਚਿੜਚਿੜਾ ਹੋ ਜਾਏਗਾ। ਮੇਰਾ ਕੰਮ ਵੱਧ ਗਿਆ, ਮੇਰੀ ਪਰੇਸ਼ਾਨੀ ਵੱਧ ਗਈ। ਲੇਕਿਨ ਆਦਮ ਦੇ ਜੀਵਨ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਸੀਗਾ। ਉਹਦਾ ਕਾਰਨ ਸੀਗਾ ਕਿਉਂਕਿ ਪਰਮੇਸ਼ਵਰ ਨੇ ਅਦਨ ਬਾਗ ਦੇ ਵਿੱਚ ਪਰਮੇਸ਼ਵਰ ਨੇ ਆਦਮ ਨੂੰ ਕਿਹਾ ਸੀਗਾ ਕਿ ਦੇਖ, ਇਸ ਧਰਤੀ ਦੇ ਉੱਪਰ ਇਸ ਬਾਗ ਦੇ ਵਿੱਚ ਜਿੰਨੇ ਵੀ ਦਰਖਤ ਨੇ ਉਹਨਾਂ ਦਾ ਫਲ ਤੂੰ ਖਾ ਸਕਦਾਂਗਾ। ਲੇਕਿਨ ਇੱਕ ਦਰਖਤ ਹੈ ਜਿਹੜਾ ਭਲੇ ਤੇ ਬੁਰੇ ਦਾ ਦਰਖਤ ਹੈ, ਉਹਦਾ ਫਲ ਤੈਂ ਨਹੀਂ ਖਾਣਾ। ਜਿਸ ਦਿਨ ਤੂੰ ਉਹਦਾ ਫਲ ਖਾਏਗਾ, ਤੂੰ ਕੀ ਹੋ ਜਾਏਗਾ? ਤੂੰ ਮਰ ਜਾਏਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਅੱਜ ਪਰਮੇਸ਼ਵਰ ਸਾਨੂੰ ਕੁਝ ਸਿਖਾਉਣਾ ਚਾਹੁੰਦੇ ਨੇ। ਇਹਦਾ ਮਤਲਬ ਕਿ ਅਗਰ ਆਦਮ ਅੱਜ ਤੱਕ ਫਲ ਨਾ ਖਾਂਦਾ, ਅਗਰ ਆਦਮ ਔਰ ਹਵਾ ਅੱਜ ਤੱਕ ਫਲ ਨਾ ਖਾਂਦੇ, ਤਾਂ ਉਹ ਮਰਨੇ ਵਾਲੇ ਨਹੀਂ ਸੀਗੇ। ਲੇਕਿਨ ਜਿਸ ਦਿਨ ਫਲ ਖਾਏਗਾ ਉਸ ਦਿਨ ਤੂੰ ਮਰ ਜਾਏਗਾ। ਤਾਂ ਉਸ ਤੋਂ ਬਾਅਦ ਦੇਖੋ, ਇੱਕ ਵਾਰ ਜੋ ਸ਼ੈਤਾਨ ਸੀਗਾ ਉਹ ਉਹਨਾਂ ਕੋਲ ਆਇਆ, ਤਾਂ ਉਸਨੇ ਉਹਨਾਂ ਨੂੰ ਫਲ ਖਵਾ ਦਿੱਤਾ ਔਰ ਪਰਮੇਸ਼ਵਰ ਦੇ ਪਿਆਰ ਤੋਂ ਉਹ ਲੋਕ ਦੂਰ ਹੋ ਗਏ। ਜਦੋਂ ਪਰਮੇਸ਼ਵਰ ਦੇ ਪ੍ਰੇਮ ਤੋਂ ਦੂਰ ਹੋ ਗਏ, ਤਾਂ ਜੀਵਨ ਦੇ ਵਿੱਚ ਕਲੇਸ਼, ਜੀਵਨ ਦੇ ਵਿੱਚ ਲੜਾਈ ਝਗੜਾ, ਜੀਵਨ ਦੇ ਵਿੱਚ ਪਰੇਸ਼ਾਨੀ, ਜੀਵਨ ਦੇ ਵਿੱਚ ਸਮੱਸਿਆ, ਇਹ ਸਾਰੀਆਂ ਗੱਲਾਂ ਜੀਵਨ ਦੇ ਵਿੱਚ ਆ ਚੁੱਕੀਆਂ ਸੀਗੀਆਂ। ਹੁਣ ਪਰਮੇਸ਼ਵਰ ਨੇ ਕੀ ਕਿਹਾ ਸੀਗਾ ਇਨਸਾਨ ਨੂੰ ਕਿ ਹੁਣ ਧਰਤੀ ਤੇਰੇ ਲਈ ਕੰਡੇ ਪੈਦਾ ਕਰੇਗੀ। ਹੁਣ ਤੂੰ ਕੀ ਕਰੇਗਾ? ਪਸੀਨਾ ਬਹਾਏਗਾ। ਤੂੰ ਪਸੀਨਾ ਬਹਾਏਗਾ, ਫਿਰ ਜਾ ਕੇ ਤੂੰ ਰੋਟੀ ਖਾ ਸਕਦਾਂਗਾ। ਕਿਉਂਕਿ ਜ਼ਮੀਨ ਹੈ ਜੋ ਧਰਤੀ ਹੈ, ਇਹ ਤੇਰੇ ਕਰਕੇ ਕੀ ਹੋਗੀ? ਇਹ ਸਰਾਫਿਤ ਹੋ ਗਈ ਹੈ। ਹੁਣ ਦੇਖੋ, ਅੱਜ ਇਨਸਾਨ ਕਿੰਨਾ ਕੰਮ ਕਰਦਾਗਾ, ਅੱਜ ਇਨਸਾਨ ਕਿੰਨੀ ਮਿਹਨਤ ਕਰਦਾਗਾ। ਚਾਹੇ ਇਨਸਾਨ 6 ਘੰਟੇ ਕੰਮ ਕਰੇ, ਚਾਹੇ ਇਨਸਾਨ 8 ਘੰਟੇ ਕੰਮ ਕਰੇ, ਲੇਕਿਨ ਜੀਵਨ ਦੇ ਵਿੱਚ ਸਕੂਨ ਨਹੀਂ ਆਉਂਦੇ, ਜੀਵਨ ਦੇ ਵਿੱਚ ਸ਼ਾਂਤੀ ਨਹੀਂ ਆਉਂਦੇ। ਕਿਹੜਾ ਇਨਸਾਨ ਹੈ, ਕਿਹੜਾ ਇਨਸਾਨ ਹੈ ਜਿਹੜਾ ਖੁਸ਼ੀ ਦੇ ਨਾਲ ਕੰਮ ਕਰਦਾਗਾ? ਹੈ ਕੋਈ ਇਨਸਾਨ? ਕੋਈ ਵੀ ਇਨਸਾਨ ਖੁਸ਼ੀ ਨਾਲ ਕੰਮ ਨਹੀਂ ਕਰਦਾ। ਸਾਰਿਆਂ ਦੀ ਮਜਬੂਰੀ ਬਣੀ ਹੋਈ ਹੈ। ਅਗਰ ਘਰ ਦੇ ਵਿੱਚ ਜੋ ਰਸੋਈ ਹੈ, ਰਸੋਈ ਵਿੱਚ ਕਿਹੜਾ ਇਨਸਾਨ ਖੁਸ਼ੀ ਨਾਲ ਕੰਮ ਕਰਦਾ ਹੈਗਾ? ਉਹਨਾਂ ਦੀ ਮਜਬੂਰੀ ਬਣੀ ਹੋਈ ਹੈ। ਅਗਰ ਖਾਣਾ ਨਾ ਬਣਾਇਆ ਤੇ ਸ਼ਾਮ ਨੂੰ ਲੜਾਈ ਝਗੜਾ ਸ਼ੁਰੂ। ਕੋਈ ਵੀ ਇਨਸਾਨ ਨਹੀਂ ਹੈ ਕਿ ਜੋ ਇਨਸਾਨ ਆਪਣਾ ਖੁਸ਼ੀ ਨਾਲ ਕੰਮ ਧੰਦਾ ਕਰਦਾਗਾ, ਚਾਹੇ ਉਸਨੂੰ ਪੈਸਾ ਬਣਦਾਗਾ, ਚਾਹੇ ਉਹ ਇੱਕ ਦਿਨ ਦਾ 500 ਕਮਾਵੇ, ਚਾਹੇ 1000 ਰੁਪਏ ਦੀ ਕਮਾਈ ਕਰੇ, ਚਾਹੇ 5000 ਦੀ ਕਮਾਈ ਕਰੇ। ਕੋਈ ਵੀ ਇਨਸਾਨ ਖੁਸ਼ੀ ਨਾਲ ਕੰਮ ਨਹੀਂ ਕਰਦਾ। ਲੇਕਿਨ ਉਹ ਕੀ ਹੈ? ਉਹ ਮਜਬੂਰ ਹੋ ਚੁੱਕਿਆ ਹੈਗਾ, ਉਹ ਦੁਖੀ ਹੋ ਚੁੱਕਿਆ ਹੈਗਾ, ਉਸਨੂੰ ਕਰਨਾ ਪੈਂਦਾ ਹੈਗਾ। ਕਿਉਂ? ਸ਼ਾਂਤੀ ਨਹੀਂ ਜੀਵਨ ਦੇ ਵਿੱਚ। ਲੇਕਿਨ ਜਿੰਨਾ ਚਿਰ ਪਰਮੇਸ਼ਵਰ ਦੇ ਨਾਲ ਜੁੜਿਆ ਸੀਗਾ, ਜਿੰਨਾ ਚਿਰ ਪਰਮੇਸ਼ਵਰ ਦੇ ਵਿੱਚ ਬਣਿਆ ਸੀਗਾ, ਤਾਂ ਜੀਵਨ ਦੇ ਵਿੱਚ ਕੋਈ ਵੀ ਲੜਾਈ ਝਗੜਾ ਨਹੀਂ ਸੀਗਾ, ਕੋਈ ਵੀ ਕਲੇਸ਼ ਨਹੀਂ ਸੀਗਾ, ਔਰ ਕੋਈ ਵੀ ਉਹਦਾ ਸੁਭਾਅ ਚਿੜਚਿੜਾ ਨਹੀਂ ਸੀਗਾ। ਕਿਉਂਕਿ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਉਹਦੇ ਜੀਵਨ ਦੇ ਵਿੱਚ ਕੀ ਸੀਗਾ? ਸਕੂਨ ਸੀਗਾ। ਉਹਦੇ ਜੀਵਨ ਦੇ ਵਿੱਚ ਸ਼ਾਂਤੀ ਸੀਗੀ। और शांति देने वाले कौन ने? वो शांति प्रभु यीशु मसीह देने वाले ने। लेकिन जब आदम ते हवा ने पाप किया, तब परमेश्वर ने कहा कि इस बाग दे विचों निकल जाओ। हालेलुया, 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 हालेलुया। परमेश्वर ने की कहा कि इस बाग दे विचों निकल जाओ। और परमेश्वर ने उस बाग दे विचों आदम ते हवा नूं बाहर कढिया। और उस तो बाद की कीता परमेश्वर ने? आपां बाइबल दे विचों देखांगे। उत्पत्ति ਉਹਦਾ 3 ਅਧਿਆਇ ਉਹਦਾ 23 और 24 वचन पढ़ो। सो यहोवा परमेश्वर ने ਉਹਨੂੰ ਅਦਨ ਦੇ ਬਾਗੋਂ ਕੱਢ ਦਿੱਤਾ
ਤਾਂ ਜੋ ਉਹ ਉਸ ਜ਼ਮੀਨ ਨੂੰ ਆਏ ਜਿਸ ਤੋਂ ਉਹ ਕੱਢਿਆ ਗਿਆ ਸੀ। ਸੋ ਉਸ ਨੇ ਆਦਮੀ ਨੂੰ ਕੱਢ ਦਿੱਤਾ ਅਤੇ ਉਸ ਨੇ ਅਦਨ ਦੇ ਬਾਗ ਦੇ ਚੜ੍ਹਦੇ ਪਾਸੇ ਦੂਤਾਂ ਨੂੰ ਅਤੇ ਚੌਪਾਸੇ ਘੁੰਮਣ ਵਾਲੇ ਖੰਡੇ ਦੀ ਲਸ਼ਕ ਨੂੰ ਰੱਖਿਆ ਤਾਂ ਜੋ ਉਹ ਜੀਵਨ ਦੇ ਵਿੱਚ ਦੇ ਰਾਹ ਦੀ ਰਾਖੀ ਕਰਨ। ਸਾਰੇ ਬੋਲੋ ਹਾਲੇਲੂਇਆ। ਉਸ ਪਰਮੇਸ਼ਵਰ ਨੇ ਕੀ ਕੀਤਾ, ਜਦੋਂ ਆਦਮ ਤੇ ਹਵਾ ਨੇ ਪਰਮੇਸ਼ਵਰ ਦੀ ਗੱਲ ਨੂੰ ਮੰਨਿਆ ਹੀ ਨਹੀਂ, ਉਹਦੀ ਅਧੀਨਤਾ ਵਿੱਚ ਰਹੇ ਹੀ ਨਹੀਂ, ਉਹਦੀ ਆਗਿਆਕਾਰੀ ਕੀਤੀ ਨਹੀਂ, ਤਾਂ ਪਰਮੇਸ਼ਵਰ ਨੇ ਕੀ ਕੀਤਾ, ਉਹਨਾਂ ਨੂੰ ਅਦਨ ਬਾਗ ਦੇ ਵਿੱਚੋਂ ਬਾਹਰ ਕੱਢ ਦਿੱਤਾ। ਉਸ ਤੋਂ ਬਾਅਦ ਪਰਮੇਸ਼ਵਰ ਨੇ ਕੀ ਕੀਤਾ ਸੀਗਾ ਕਿ ਉਸ ਬਾਗ ਦੇ ਰਖਵਾਲੀ ਦੇ ਲਈ, ਜੋ ਉਹਦੇ ਵਿੱਚ ਇੱਕ ਜੀਵਨ ਦਾ ਦਰਖਤ ਲੱਗਿਆ ਸੀਗਾ, ਉਹਦੀ ਰਖਵਾਲੀ ਦੇ ਲਈ ਪਰਮੇਸ਼ਵਰ ਨੇ ਕੀ ਕੀਤਾ, ਇੱਕ ਦੂਤ ਨੂੰ ਉਹ ਜਗ੍ਹਾ ਲਗਾ ਦਿੱਤਾ। ਹੁਣ ਆਦਮ ਅਦਨ ਬਾਗ ਦੇ ਵਿੱਚੋਂ ਬਾਹਰ ਆ ਚੁੱਕਿਆ ਹੈ, ਉਹਦੇ ਲਈ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਨੇ, ਕਿਉਂਕਿ ਉਹਦੇ ਜੀਵਨ ਦੇ ਵਿੱਚ ਕੀ ਆ ਗਿਆ ਸੀਗਾ, ਪਾਪ ਆ ਗਿਆ ਸੀਗਾ। ਔਰ ਪਾਪ ਆਉਣ ਦਾ ਕਾਰਨ ਕੀ ਸੀਗਾ ਕਿ ਉਸਨੇ ਆਪਣੇ ਪਰਮੇਸ਼ਵਰ ਦੇ ਉੱਪਰ ਵਿਸ਼ਵਾਸ ਨਹੀਂ ਕੀਤਾ। ਪਾਪ ਆਉਣ ਦਾ ਕਾਰਨ ਕੀ ਸੀਗਾ ਕਿ ਉਸਨੇ ਆਪਣੇ ਪਰਮੇਸ਼ਵਰ ਦੀ ਗੱਲ ਨੂੰ ਸੁਣਿਆ ਤਾਂ ਸਹੀ ਲੇਕਿਨ ਮੰਨਿਆ ਨਹੀਂ। ਹੁਣ ਉਹਦੇ ਜੀਵਨ ਦੇ ਵਿੱਚ ਪਾਪ ਸੀਗਾ, ਔਰ ਪਾਪ ਦੀ ਵਜ੍ਹਾ ਦੇ ਕਰਕੇ ਉਹਦੇ ਜੀਵਨ ਦੇ ਵਿੱਚ ਸ਼ਰਾਪ ਸੀਗਾ, ਉਹਦੇ ਜੀਵਨ ਦੇ ਵਿੱਚ ਦੁੱਖ ਸੀਗਾ, ਉਹਦੇ ਜੀਵਨ ਦੇ ਵਿੱਚ ਕਲੇਸ਼ ਸੀਗਾ, ਉਹਦੇ ਜੀਵਨ ਦੇ ਵਿੱਚ ਅਸ਼ਾਂਤੀ ਆ ਚੁੱਕੀ ਸੀਗੀ। ਹੁਣ ਜੋ ਆਦਮ ਆਪਣੀ ਪਤਨੀ ਨੂੰ ਪ੍ਰੇਮ ਕਰਦਾ ਸੀਗਾ, ਹੁਣ ਪਾਪ ਦੀ ਵਜ੍ਹਾ ਦੇ ਕਰਕੇ ਉਹ ਕੀ ਕਰਦਾ ਸੀਗਾ, ਉਹਦੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕੀਤਾ ਉਹਨੇ। ਕਿਉਂ? ਕਿਉਂਕਿ ਜੋ ਪਰਮੇਸ਼ਵਰ ਦਾ ਪ੍ਰੇਮ ਸੀਗਾ, ਉਹ ਪ੍ਰੇਮ ਉਹਨਾਂ ਦੇ ਵਿੱਚੋਂ ਜਾ ਚੁੱਕਿਆ ਸੀਗਾ। ਜਦੋਂ ਪਰਮੇਸ਼ਵਰ ਨੇ ਅਦਮ ਬਾਗ ਦੇ ਵਿੱਚੋਂ ਬਾਹਰ ਕੱਢਿਆ ਤਾਂ ਉਸ ਤੋਂ ਬਾਅਦ ਪਰਮੇਸ਼ਵਰ ਨੇ ਉੱਥੇ ਦੂਤ ਨੂੰ ਲਗਾ ਦਿੱਤਾ ਕਿ ਹੁਣ ਕੀ ਹੈ, ਜੋ ਆਦਮ ਹੈ ਇਹ ਉਸ ਦਰਖਤ ਦੇ ਕੋਲ ਨਾ ਜਾਏ ਜਿਸ ਦਰਖਤ ਦੀ ਰਾਖੀ ਲਈ ਪਰਮੇਸ਼ਵਰ ਨੇ ਇੱਕ ਦੂਤ ਲਗਾਇਆ ਸੀਗਾ। ਇਹਦਾ ਮਤਲਬ ਕਿ ਪਰਮੇਸ਼ਵਰ ਨੇ ਉਹਦੇ ਲਈ ਦਰਵਾਜ਼ਾ ਬੰਦ ਕਰ ਦਿੱਤਾ ਸੀਗਾ, ਕਿਹੜਾ ਕਿ ਜਿਹੜਾ ਇਨਸਾਨ ਨੂੰ ਜੀਵਨ ਦੇ ਸਕੇ। ਉਹਦੇ ਲਈ ਜਦੋਂ ਦਰਵਾਜ਼ਾ ਬੰਦ ਹੋ ਗਿਆ ਤਾਂ ਕੋਈ ਵੀ ਧਰਤੀ ਉੱਪਰ ਅਜਿਹਾ ਇਨਸਾਨ ਨਹੀਂ ਸੀਗਾ ਕਿ ਉਸ ਦਰਵਾਜ਼ੇ ਨੂੰ ਖੋਲ ਸਕੇ, ਕਿਉਂਕਿ ਆਦਮ ਔਰ ਹਵਾ ਉਹ ਪਹਿਲੇ ਹੀ ਇਨਸਾਨ ਸੀਗੇ ਧਰਤੀ ਉੱਪਰ ਕਿ ਜਿਨ੍ਹਾਂ ਨੇ ਪਰਮੇਸ਼ਵਰ ਦੇ ਖਿਲਾਫ ਪਾਪ ਕੀਤਾ। ਔਰ ਉਸ ਤੋਂ ਬਾਅਦ ਜਿੰਨੇ ਲੋਕ ਵੀ ਪੈਦਾ ਹੋਏ ਉਹ ਸਾਰੇ ਪਾਪ ਦੇ ਵਿੱਚ ਪੈਦਾ ਹੋਏ। ਛੋਟੇ ਛੋਟੇ ਬੱਚਿਆਂ ਨੂੰ ਦੇਖਿਓ, ਛੋਟੇ ਛੋਟੇ ਬੱਚਿਆਂ ਦੇ ਵਿੱਚ ਕਿੰਨਾ ਗੁੱਸਾ, ਕਿੰਨੀ ਈਰਖਾ, ਕਿੰਨਾ ਲੜਾਈ ਝਗੜਾ, ਗਾਲੀ ਗਲੋਚ, ਨਫ਼ਰਤ, ਇਹ ਸਾਰਾ ਕੀ ਹੈ? ਇਹ ਪਾਪ ਦਾ ਨਿਸ਼ਾਨੀ ਹੈ, ਇਹ ਪਾਪ ਦੇ ਕਾਰਨ ਹੈ। ਜਿੰਨੇ ਵੀ ਇਨਸਾਨ ਪੈਦਾ ਹੋਏ ਉਹ ਆਦਮ ਹਵਾ ਦੀ ਔਲਾਦ ਨੇ, ਔਰ ਸਾਰੇ ਲੋਕ ਕੀ ਸੀਗੇ, ਉਹ ਪਾਪ ਦੇ ਵਿੱਚ ਪੈਦਾ ਹੋ ਚੁੱਕੇ ਸੀਗੇ। ਔਰ ਕੋਈ ਵੀ ਇਨਸਾਨ ਉਹ ਸੱਚੇ ਪਰਮੇਸ਼ਵਰ ਦੇ ਨਾਲ ਮੇਲ ਮਿਲਾਪ ਨਹੀਂ ਕਰ ਸਕਦਾ ਸੀਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਕਿਉਂਕਿ ਪਰਮੇਸ਼ਵਰ ਨੇ ਕੀ ਕਰ ਦਿੱਤਾ ਸੀਗਾ, ਉਹ ਦਰਵਾਜ਼ਾ ਬੰਦ ਕਰ ਦਿੱਤਾ ਸੀਗਾ, ਉਹ ਬੂਹਾ ਬੰਦ ਕਰ ਦਿੱਤਾ ਸੀਗਾ। ਹੁਣ ਪਰਮੇਸ਼ਵਰ ਨੇ ਤਾਂ ਇਨਸਾਨ ਨੂੰ ਬਣਾਇਆਗਾ, ਆਪਣੇ ਹੱਥਾਂ ਨਾਲ ਬਣਾਇਆਗਾ, ਆਪਣੇ ਜੈਸਾ ਬਣਾਇਆਗਾ। ਪਰਮੇਸ਼ਵਰ ਤਾਂ ਇਨਸਾਨ ਨੂੰ ਪਿਆਰ ਕਰਦਾ ਹੈ, ਚਾਹੇ ਇਨਸਾਨ ਪਰਮੇਸ਼ਵਰ ਨੂੰ ਪਿਆਰ ਕਰਦਾ ਵੀ ਹੈ ਚਾਹੇ ਨਹੀਂ ਵੀ ਕਰਦਾ, ਲੇਕਿਨ ਪਰਮੇਸ਼ਵਰ ਦਾ ਪਿਆਰ ਕੀ ਹੈ, ਉਹ ਤਾਂ ਕਦੇ ਬਦਲਣੇ ਵਾਲਾ ਨਹੀਂ ਹੈ। ਹਾਲੇਲੂਇਆ। ਪਰਮੇਸ਼ਵਰ ਇਨਸਾਨ ਨੂੰ ਪਿਆਰ ਕਰਦੇ ਨੇ। ਜਦ ਦੇਖਿਆ ਪਰਮੇਸ਼ਵਰ ਨੇ ਕਿ ਇਨਸਾਨ ਦੇ ਜੀਵਨ ਦੇ ਵਿੱਚ ਪਾਪ ਹੈ, ਇਨਸਾਨ ਦੇ ਜੀਵਨ ਦੇ ਵਿੱਚ ਉਹਦਾ ਦੁੱਖ ਹੈ, ਇਨਸਾਨ ਦੇ ਜੀਵਨ ਦੇ ਵਿੱਚ ਉਹਦਾ ਸ਼ਰਾਪ ਆ ਚੁੱਕਿਆਗਾ, ਔਰ ਜੋ ਇਨਸਾਨ ਹੈ ਉਹ ਆਪਣੇ ਸੱਚੇ ਪਰਮੇਸ਼ਵਰ ਨੂੰ ਭੁੱਲ ਚੁੱਕਿਆਗਾ, ਆਪਣੇ ਸੱਚੇ ਪਰਮੇਸ਼ਵਰ ਤੋਂ ਉਹ ਜੁਦਾ ਹੋ ਚੁੱਕਿਆਗਾ। ਹੁਣ ਇਨਸਾਨ ਦੇ ਜੀਵਨ ਵਿੱਚ ਸ਼ਾਂਤੀ ਨਹੀਂ ਹੈ, ਇਨਸਾਨ ਦੇ ਜੀਵਨ ਦੇ ਵਿੱਚ ਉਹ ਸਕੂਨ ਨਹੀਂ ਹੈ, ਇਨਸਾਨ ਦੇ ਜੀਵਨ ਦੇ ਵਿੱਚ ਉਹ ਆਨੰਦ ਵੀ ਨਹੀਂ ਹੈ। ਹੁਣ ਇਨਸਾਨ ਹੈ ਜੋ ਉਹ ਸ਼ਾਂਤੀ ਲੱਭਦਾਗਾ, ਇਨਸਾਨ ਹੈ ਜੋ ਉਹਦਾ ਜੀਵਨ ਲੱਭਦਾਗਾ। ਹੁਣ ਪਰਮੇਸ਼ਵਰ ਕਿੱਥੇ ਨੇ? ਉਹ ਤਾਂ ਸਵਰਗ ਦੇ ਵਿੱਚ ਨੇ। ਹਾਲੇਲੂਇਆ। ਜੋ ਪ੍ਰਭੂ ਯਿਸੂ ਮਸੀਹ ਹੈ ਉਹ ਕਿੱਥੇ ਹੈ? ਉਹ ਤਾਂ ਸਵਰਗ ਦੇ ਵਿੱਚ ਹੈ। ਤੇ ਜੋ ਇਨਸਾਨ ਹੈ ਉਹ ਕਿੱਥੇ ਹੈ? ਬੋਲੋ ਤਾਂ ਸਹੀ। ਉਹ ਧਰਤੀ ਤੇ ਹੈ। ਹੁਣ ਇਨਸਾਨ ਕੀ ਹੈ? ਧਰਤੀ ਉੱਪਰ। ਔਰ ਧਰਤੀ ਉੱਪਰ ਸਭ ਤੋਂ ਸਰਵਸ਼੍ਰੇਸ਼ਟ ਚੀਜ਼ ਕਿਹੜੀ ਹੈ? ਇਨਸਾਨ। ਸਭ ਤੋਂ ਸਰਵਸ਼੍ਰੇਸ਼ਟ ਚੀਜ਼ ਕਿਹੜੀ ਹੈ? ਇਨਸਾਨ। ਕਿਉਂ? ਕਿਉਂਕਿ ਪਰਮੇਸ਼ਵਰ ਨੇ ਇਨਸਾਨ ਨੂੰ ਆਪਣੇ ਹੱਥਾਂ ਦੇ ਨਾਲ ਬਣਾਇਆਗਾ। ਹੁਣ ਇਨਸਾਨ ਦੇ ਕੋਲ ਜੀਵਨ ਨਹੀਂ ਹੈ, ਇਨਸਾਨ ਦੇ ਕੋਲ ਸ਼ਾਂਤੀ ਨਹੀਂ ਹੈ। ਹੁਣ ਉਹੀ ਇਨਸਾਨ ਆਪਣਾ ਜੀਵਨ ਲੱਭਦਾਗਾ। ਕਿੱਥੇ ਲੱਭਦਾਗਾ? ਆਪਾਂ ਬਾਈਬਲ ਦੇ ਵਿੱਚ ਦੇਖਾਂਗੇ
ਰੋਮੀਆਂ ਉਹਦਾ 1 ਅਧਿਆਇ ਉਹਦਾ 20 ਵਚਨ ਤੋਂ ਪੜੋ। ਕਿਉਂਕਿ ਜਗਤ ਦੇ ਉਤਪਤ ਹੋਣ ਤੋਂ ਉਹਦਾ ਅਣਡਿੱਠ ਸੁਭਾਅ ਅਰਥਾਤ ਉਹਦੀ ਅਨਾਦਿ ਸਮਰੱਥਾ ਅਤੇ ਈਸ਼ਵਰਤਾਈ ਉਹਦੀ ਰਚਨਾ ਤੋਂ ਚੰਗੀ ਤਰ੍ਹਾਂ ਦਿਸ ਪੈਂਦੀ ਹੈ। ਇਸ ਕਰਕੇ ਉਹਨਾਂ ਦੇ ਲਈ ਕੋਈ ਉਜਰ ਨਹੀਂ। ਦੇਖੋ ਇਹ ਪਰਮੇਸ਼ਵਰ ਦੇ ਬਾਰੇ ਲਿਖਿਆਗਾ ਕਿ ਪਰਮੇਸ਼ਵਰ ਨੇ ਜਗਤ ਵਿੱਚ ਜੋ ਰਚਿਆਗਾ, ਅਗਰ ਇਨਸਾਨ ਥੋੜਾ ਜਿਹਾ ਆਪਣਾ ਦਿਮਾਗ ਲਗਾਏ ਨਾ, ਥੋੜਾ ਜਿਹਾ ਆਪਣਾ ਧਿਆਨ ਲਗਾਏ ਕਿ ਸੱਚਾ ਪਰਮੇਸ਼ਵਰ ਕੌਣ ਹੈ, ਤਾਂ ਇਨਸਾਨ ਉਸ ਸੱਚੇ ਪਰਮੇਸ਼ਵਰ ਦੀ ਪਹਿਚਾਨ ਕਰ ਸਕਦਾ ਹੈ। ਬਾਈਬਲ ਵਿੱਚ ਲਿਖਿਆਗਾ ਕਿ ਜਿਸ ਪਰਮੇਸ਼ਵਰ ਨੇ ਇਸ ਜਗਤ ਨੂੰ ਬਣਾਇਆਗਾ और जो कुछ भी परमेश्वर ने बनायागा, अगर इंसान ਉਹਦੇ ਉੱਪਰ थोड़ा ਜਿਹਾ ਧਿਆਨ लगाए ਤਾਂ इंसान ਨੂੰ पता चल जाएगा कि ਮੈਨੂੰ बनाने वाला कौन है। ਹੁਣ इंसान है, देखो इंसान है जो साह ਕਾਹਦੇ ਨਾਲ ਲੈਂਦਾਗਾ। ਹਾਲੇਲੂਇਆ ਹਾਲੇਲੂਇਆ। ਤੁਸੀਂ ਸਾਹ ਕਾਹਦੇ ਨਾਲ ਲੈਂਦੇ ਹੋ? ਸਾਹ ਕਾਹਦੇ ਨਾਲ ਲੈਂਦੇ ਤੁਸੀਂ? ਕਿਹੜੀ ਚੀਜ਼ ਨਾਲ ਸਾਹ ਆਉਂਦਾ ਤੁਹਾਨੂੰ? ਨੱਕ ਦੇ ਰਾਹੀਂ। ਹਵਾ ਦੇ ਵਿੱਚ ਕੀ ਕੁਝ ਹੈ? ਬਹੁਤ ਗੈਸਾਂ ਨੇ। ਸਾਇੰਸ ਦੱਸਦੀ ਹੈ ਕਿ ਹਵਾ ਦੇ ਵਿੱਚ ਖਾਲੀ ਇੰਜੈਕਸ਼ਨ ਭਰ ਕੇ ਨਾ ਅਗਰ ਕਿਸੇ ਇਨਸਾਨ ਨੂੰ ਲਗਾ ਦੋ ਤਾਂ ਉਹ ਮਰ ਜਾਏਗਾ। ਲੇਕਿਨ ਨੱਕ ਦੇ ਵਿੱਚ ਕੀ ਹੈ? ਐਸੀ ਕਿਹੜੀ ਮਸ਼ੀਨ ਹੈ ਕਿ ਸਿਰਫ ਉਹ ਆਕਸੀਜਨ ਲੈਂਦੀ ਹੈ? ਨੱਕ ਦੇ ਵਿੱਚ ਕੋਈ ਐਸੀ ਚੀਜ਼ ਹੈ, ਕੋਈ ਐਸੀ ਮਸ਼ੀਨ ਹੈ ਕਿ ਜਿਹੜੀ ਸਿਰਫ ਔਰ ਸਿਰਫ ਆਕਸੀਜਨ ਲਵੇ? ਕਿਉਂਕਿ ਆਕਸੀਜਨ ਨਾਲ ਕੀ ਹੈ? ਇਨਸਾਨ ਜਿੰਦਾ ਰਹਿੰਦਾ ਹੈਗਾ। ਹਵਾ ਦੇ ਵਿੱਚ ਕਿੰਨੀਆਂ ਗੈਸਾਂ ਨੇ? ਹਵਾ ਦੇ ਵਿੱਚ ਕਿੰਨਾ ਕੁਝ ਮਿਲਿਆ ਹੋਇਆਗਾ। ਜਦ ਹਵਾ ਦਾ ਇੱਕ ਖਾਲੀ ਇੰਜੈਕਸ਼ਨ ਇਨਸਾਨ ਨੂੰ ਭਰ ਕੇ ਲਗਾ ਦੋ ਤਾਂ ਇਨਸਾਨ ਦੀ ਮੌਤ ਹੋ ਸਕਦੀ ਹੈ। ਤੁਸੀਂ ਆਪਣੇ ਬਚਪਨ ਤੋਂ ਲੈ ਕੇ ਅੱਜ ਜਵਾਨੀ ਤੱਕ, ਆਪਣੇ ਬੁਢੇਪੇ ਤੱਕ ਨੱਕ ਦੇ ਰਾਹੀਂ ਕਿੰਨੀ ਵਾਰ ਸਾਹ ਲੈ ਚੁੱਕੇ ਹੋ? ਲੇਕਿਨ ਕਦੇ ਨੱਕ ਨੂੰ ਚੈੱਕ ਕਰਕੇ ਦੇਖਿਓ? ਕਦੇ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਦੇਖਿਓ? ਨੱਕ ਨੂੰ ਚੰਗੀ ਤਰ੍ਹਾਂ ਦੇਖਿਓ? ਕੋਈ ਐਸੀ ਇਹਦੇ ਵਿੱਚ ਹੈਗੀ ਮਸ਼ੀਨ? ਕੋਈ ਐਸਾ ਸਿਸਟਮ ਹੈ ਉਹਦੇ ਵਿੱਚ? ਹੁਣ ਮੈਂ ਚੈੱਕ ਕਰਨ ਲੱਗ ਜਾਓ। ਲੇਕਿਨ ਦੇਖੋ, ਅਗਰ ਇਨਸਾਨ ਥੋੜਾ ਜਿਹਾ ਆਪਣੇ ਸਰੀਰ ਦੇ ਉੱਪਰ ਧਿਆਨ ਦੇਵੇ ਕਿ ਮੈਨੂੰ ਬਣਾਇਆ ਕਿਹਨੇ ਹੈ, ਮੈਨੂੰ ਪੈਦਾ ਕਿਹਨੇ ਕੀਤਾਗਾ, ਤਾਂ ਕੀ ਉਹ ਸੱਚੇ ਪਰਮੇਸ਼ਵਰ ਦੀ ਪਹਿਚਾਨ ਨਹੀਂ ਕਰ ਸਕਦਾ? ਲੇਕਿਨ ਸਹੀ ਦੇ ਵਿੱਚ ਇਨਸਾਨ ਦੇ ਇੰਨੀ ਸਮਝ ਕੰਮ ਹੀ ਨਹੀਂ ਕਰਦੇ। ਹੁਣ ਇਨਸਾਨ ਦੇ ਕੋਲ ਦੇਖੋ ਇੱਕ ਜ਼ੁਬਾਨ ਹੈ ਜਿਹਨੂੰ ਜੀਭ ਕਹਿੰਦੇ ਨੇ। ਜੀਭ ਦੀ ਗੱਲ ਕਰੀਏ ਆਪਾਂ, ਜੀਭ ਦੇ ਵਿੱਚ ਐਸੀ ਕਿਹੜੀ ਚੀਜ਼ ਹੈ ਕਿ ਜਿਹੜੀ ਤੁਹਾਨੂੰ ਟੇਸਟ ਦੱਸ ਦਿੰਦੀ ਹੈ? ਤੁਸੀਂ ਮਿੱਠਾ ਖਾਂਦੇ ਹੋ, ਨਮਕੀਨ ਖਾਂਦੇ ਹੋ, ਜ਼ਿਆਦਾ ਮਿਰਚ ਖਾਂਦੇ ਹੋ, ਜ਼ਿਆਦਾ ਨਮਕ ਖਾਂਦੇ ਹੋ, ਇਹਦਾ ਟੇਸਟ ਕੌਣ ਦੱਸਦਾ ਤੁਹਾਨੂੰ? ਕਦੇ ਜੀਭ ਨੂੰ ਬਾਹਰ ਕੱਢ ਕੇ ਦੇਖਿਓ, ਇਹਦੇ ਵਿੱਚ ਕਿਹੜੀ ਐਸੀ ਚੀਜ਼ ਲੱਗੀ ਹੋਈ ਹੈ? ਹੈ ਕੋਈ? ਲੇਕਿਨ ਬਣਾਇਆ ਕਿਹਨੇ ਹੈ? ਪਰਮੇਸ਼ਵਰ ਨੇ। ਐਸੇ ਆਪਣੇ ਸਰੀਰ ਨੂੰ ਇੱਕ ਵਾਰ ਚੈੱਕ ਕਰ ਲਿਓ ਧਿਆਨ ਦੇ ਨਾਲ। ਆਪਣੇ ਸਰੀਰ ਨੂੰ ਚੈੱਕ ਕਰਿਓ ਧਿਆਨ ਦੇ ਨਾਲ ਕਿ ਅਗਰ ਤੁਸੀਂ ਆਪਣੇ ਸਰੀਰ ਦੇ ਉੱਪਰ ਧਿਆਨ ਕਰੋਗੇ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਤੁਹਾਨੂੰ ਬਣਾਉਣ ਵਾਲਾ ਕੌਣ ਹੈ। ਜਿਸ ਨੇ ਤੁਹਾਨੂੰ ਬਣਾਇਆਗਾ ਉਹ ਹੈ ਕਿੱਥੇ? ਸਵਰਗ ਦੇ ਵਿੱਚ। ਸਵਰਗ ਕਿੱਥੇ ਹੈ? ਸਵਰਗ ਕਿੱਥੇ ਹੈ? ਉੱਪਰ ਹੈ। ਇਨਸਾਨ ਕਿੱਥੇ ਹੈ? ਉਹ ਨੀਚੇ ਹੈ। ਇਨਸਾਨ ਨੂੰ ਕੀ ਚਾਹੀਦਾਗਾ? ਜੀਵਨ ਚਾਹੀਦਾਗਾ। ਇਨਸਾਨ ਕੀ ਹੈ? ਉਹ ਸਰਵ श्रेष्ठ ਹੈ। और इंसान जीवन लभदागा। ऊपर कौन? प्रभु यीशु मसीह, परमेश्वर जिसने इंसान को बनायागा। उस तो थल्ले कौन? इंसान। ते बाकी सब कुछ की थल्ले है? इंसान दे थल्ले। ते इंसान की करदागा? बाइबल में पढ़ो मेरे नाल, रोमिया 1 अध्याय ਉਹਦਾ 21 ਵਚਨ ਪੜੋ। ਭਾਵੇਂ ਉਹਨਾਂ ਨੇ ਪਰਮੇਸ਼ਵਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ਵਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹਦਾ ਧੰਨਵਾਦ ਕੀਤਾ, ਸਗੋਂ ਆਪਣੀਆਂ ਸੋਚਾਂ ਵਿੱਚ ਨਕੰਮੇ ਬਣ ਗਏ ਅਤੇ ਉਹਨਾਂ ਦੇ ਬੁੱਧਹੀਨ ਮਨ ਹਨੇਰੇ ਹੋ ਗਏ। देखो, इंसान अगर थोड़ा जिहा दिमाग लगाए ना, थोड़ा जिहा सोचे कि मैनू पैदा किहने कीतागा, सच्चा परमेश्वर कौन है, तां इंसान की है? उस
परमेश्वर की पहचान कर सकता गा। लेकिन इंसान की जो समझ है, जो इंसान का जो ज्ञान है, जो इंसान की बुद्ध है, वो की अपनी समझ दे विच निकम्मा बन चुकिया गा। उसनों जीवन का चाहिदा गा, लेकिन जीवन चाहे लैन के लिए उसनों की करना पेगा, उसनों ऊपर देखना पेगा। तो इंसान कितने देखता गा? वो थल्ले देख रहा गा, क्योंकि ऊपर कौन है? ऊपर तो परमेश्वर है। उस तो थल्ले कौन है? इंसान। इंसान तो थल्ले की है, सारा कुछ इंसान के थल्ले ही है। पाप ने, श्राप ने, दुख ने, बीमारी ने इंसान के आके मोढे के ऊपर वजन रख दिता गा। हुण इंसान की है? वो थल्ले देखता गा, मैनू शांति मिल जाए, मैनू सुकून मिल जाए, मैनू आनंद मिल जाए, मैनू जीवन मिल जाए। इंसान की करता गा? वो जीवन लभदा गा। लेकिन जीवन लभदा किथे है? हालेलुया, 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 हालेलुया। जीवन किथे लभदा गा? वो थल्ले लभदा गा। आगे पढ़ो जी, की लिखा 22 ਦੇ ਵਿੱਚ? ਉਹਨਾਂ ਦੇ ਬੁੱਧਹੀਨ ਮਨ ਹਨੇਰੇ ਹੋ ਗਏ, ਉਹ ਆਪ ਨੂੰ ਬੁੱਧੀਵਾਨ ਮੰਨ ਕੇ ਮੂਰਖ ਬਣ ਗਏ। देखो, अपने आप ਨੂੰ समझदार बनने लग पे, अपने आप ਨੂੰ ज्ञानवान बन गए, लेकिन निकले की? वो मूर्ख निकल गए। किदां? आगे पढ़ो। ਅਤੇ ਅਬਨਾਸ਼ੀ ਪਰਮੇਸ਼ਵਰ ਦੇ ਪ੍ਰਤਾਪ ਨੂੰ ਨਾਸਵਾਨ ਮਨੁੱਖ ਅਤੇ ਪੰਛੀਆਂ ਅਤੇ एक गल पढ़ो जी। ਅਤੇ ਅਬਨਾਸ਼ੀ ਪਰਮੇਸ਼ਵਰ ਦੇ अविनाशी परमेश्वर, मतलब जो परमेश्वर कदे खत्म नहीं होने वाले, जो परमेश्वर कदे नाश नहीं होने वाले। फिर ਪਰਮੇਸ਼ਵਰ ਦੇ ਪ੍ਰਤਾਪ ਨੂੰ, हाँ, ਉਹਦੇ ਪ੍ਰਤਾਪ ਨੂੰ, ਉਹਦੇ ਸਰੂਪ ਨੂੰ, ਨਾਸਵਾਨ ਮਨੁੱਖ, हाँ, नासवान ਜਿਹੜਾ ਇਨਸਾਨ ਨਾਸ ਹੋਣ ਵਾਲਾ ਗਾ, ਉਹਦੇ ਵਿੱਚ ਦੇਖਣ ਲੱਗ ਗਿਆ ਰੱਬ ਨੂੰ। ਹਾਲੇਲੂਇਆ, ਹਾਲੇਲੂਇਆ। ਇਨਸਾਨ ਦੇ ਜੀਵਨ ਦੇ ਵਿੱਚ ਦੁੱਖ ਆ ਗਿਆ, ਸ਼ਰਾਪ ਆ ਗਿਆ, बीमारी आ गई, लाचारी आ गई, पाप आ गए। और पाप ने की किया? इंसान की धौन के ऊपर आके वजन रख दिता। हुण इंसान दी जो नजरां ने वो कित्थे ने? वो धरती उपर ही ने। किहनूं देखदा गा इंसान? किसी मनुख नूं देखदा गा। कोई मनुख दो चार चंगियां गल्लां करदा गा, दो चार चंगे विचार दसदा गा, तां इंसान ओहदे विच अपना रब देखदा गा कि तू मेरा रब बन जा, तू मेरा गुरु बन जा, मैं तेरा चेला बन जाना गा। फिर की लिखिया गा कि जेड़ा अविनाशी परमेश्वर जो कदे खत्म होने वाला परमेश्वर नहीं है, तां की कीता गा? उसने मनुख दे विच, इंसान दे विच रब नूं लभना चाहया गा। उसने की कीता गा? किसी इंसान दे विच जीवन लभना चाहया गा, जबकि इंसान की है? वो तो पापी है। इंसान की है? वो तो नाश होने वाला गा। फिर अगे ਅਤੇ ਪੰਛੀਆਂ। देखो, अज बहुते लोग अपने गुरु बनाउंदे ने, अपने देवते बनाउंदे ने। किहड़े? पंछी। अज लोग पंछियां की पूजा करते हैं। अज लोग पंछियां को जाके जीवन लभदे ने कि मैनूं जीवन मिल जाए, मैनूं शांति मिल जाए। बड़े लोग आप देखते हैं कि अपने कोठे के ऊपर कुछ दाने रख देंगे ने, कुछ पानी रख देंगे ने। कई लोग पंछियां की पूजा करते हैं काहदे लई? कि मैनूं शांति मिले, मेरे जीवन दे विच सुकून मिल जाए। कई लोग तो अपने पंछियां नूं अपना रब बना के बैठे ने, कई लोग पंछियां नूं अपना गुरु बना के बैठे ने। काहदे लई? कि मैनूं जीवन मिल जाए। किहड़ा जीवन? जिहड़ा जीवन परमेश्वर ने आदम नूं दित्ता सीगा। अज इंसान नूं चाहीदा गा जीवन कि मैनूं जीवन मिले। फिर अगे की लिखिया जी? ਅਤੇ ਪੰਛੀਆਂ ਅਤੇ ਚਪਾਇਆਂ। देखो, चार पैरां वाले अज लोग जीवन लभदे ने। कित्थे लभदे ने? जिहड़े चार पैरां वाले ने। चार पैरां वाले कौन ने? पशु। लोग पशुओं की पूजा करते हैं, डंगरां की पूजा करते हैं। हालेलुया, हालेलुया। कि लोग पशुओं की पूजा नहीं करते? कितने सारे लोग ने जो पशुओं नूं मत्था टेकदे ने। कितने सारे लोग ने जो पशुओं के विच रब लभदे ने। कितने सारे लोग ने जो पशुओं के पिछे लड़ाई झगड़ा कर लेंदे ने। ये साडा गुरु है, असीं इहदी पूजा करते हैं। क्यों? क्योंकि जीवन चाहिए इंसान नूं। इंसान है किथे? ऊपर। इंसान तो थल्ले की है, सारा कुछ थल्ले ही है। लेकिन पाप ने, श्राप ने, दुख ने, बीमारी ने, लाचारी ने इंसान के मोढे के ऊपर की रख दिता गा? वजन रख दिता गा। और वो की हुण वो थल्ले ही देख रहा गा। कदे इंसान दे विच देखदा गा तू मेरा रब बन, तू मेरा गुरु बन, मैनूं तेरे कोल जीवन मिल जाए। कदे पंछियां विच जीवन लभदा गा ते कदे चार पैरां वाले पशु विच वो जीवन लभदा गा। फिर अगे
ਅਤੇ ਜਪਾਇਆ ਅਤੇ ਘਿਸੜਨ ਵਾਲੇ ਜੀਵ ਜੰਤ ਦੇ देखो ਕਿਹੜੇ ਜਿਹੜੇ ਘਿਸਰ ਕੇ ਚੱਲਦੇ ਨੇ, ਲੋਕ ਉਹਦੀ ਪੂਜਾ ਕਰਦੇ ਨੇ। ਕਿਹੜਾ ਚੱਲਦਾ ਘਿਸਰ ਕੇ? ਸੱਪ ਸੱਪ ਦੀ ਪੂਜਾ ਕਰਦੇ ਨੇ ਜਾਂ ਨਹੀਂ ਕਰਦੇ? ਕਰਦੇ ਨੇ। ਲੋਕ ਸੱਪ ਨੂੰ ਕੀ ਕਰਦੇ ਨੇ? ਆਪਣਾ ਦੇਵਤਾ ਮੰਨਦੇ ਨੇ। ਜਦ ਕਿ ਸੱਪ ਕਿੱਥੇ ਹੈ? ਉਹ ਤਾਂ ਇਨਸਾਨ ਤੋਂ ਕਿਤੇ ਹੀ ਥੱਲੇ ਹੈ। ਲੋਕ ਸੱਪ ਨੂੰ ਪਸੰਦ ਕਰਦੇ ਨੇ, ਸੱਪ ਦੀ ਪੂਜਾ ਕਰਦੇ ਨੇ, ਉਹਨੂੰ ਆਪਣਾ ਗੁਰੂ ਮੰਨਦੇ ਨੇ, ਉਹਨੂੰ ਮੱਥਾ ਟੇਕਦੇ ਨੇ, ਉਹਦੇ ਵਿੱਚ ਕੀ ਕਰਦੇ ਨੇ? ਉਹ ਜੀਵਨ ਲੱਭਦੇ ਨੇ। ਲੇਕਿਨ ਜੇ ਕਦੇ ਭੁਲੇਖੇ ਨਾਲ ਉਹੀ ਸੱਪ ਘਰ ਦੇ ਵਿੱਚ ਆ ਜਾਏ ਤਾਂ ਫਿਰ ਇਨਸਾਨ ਕੀ ਕਰਦਾਗਾ? ਡਾਂਗ ਚੱਕੀ ਫਿਰ ਦੌੜਦਾਗਾ, ਫਿਰ ਛੋਟੀ ਚੱਕ ਲਿਆਉਂਦਾਗਾ, ਡਾਂਗ ਚੱਕ ਲਿਆਉਂਦਾਗਾ। ਕਾਹਦੇ ਲਈ? ਮਾਰਨ ਕਿਉਂਕਿ ਕਿਤੇ ਸਾਡਾ ਜੀਵਨ ਨਾ ਲੈ ਲਵੇ ਇਹ। ਇਨਸਾਨ ਨੂੰ ਉਸੇ ਤੋਂ ਡਰ ਲੱਗਦਾਗਾ। ਕੀ ਤੋਂ? ਜਿੱਦੋਂ ਜੀਵਨ ਮੰਗਦਾਗਾ। ਹੁਣ ਦੇਖੋ ਲੋਕ ਕੀ ਕਰਦੇ ਨੇ ਕਿ ਜਿਹੜਾ ਘਿਸਰ ਕੇ ਚੱਲਦਾਗਾ ਉਹਦੇ ਵਿੱਚ ਉਹ ਰੱਬ ਦੇਖਦੇ ਨੇ, ਉਹਦੇ ਵਿੱਚ ਚਾਹੁੰਦੇ ਨੇ ਕਿ ਮੈਨੂੰ ਸ਼ਾਂਤੀ ਮਿਲ ਜਾਏ, ਮੈਨੂੰ ਸਕੂਨ ਮਿਲ ਜਾਏ। ਦੇਖੋ ਪਵਿੱਤਰ ਬਾਈਬਲ ਦੇ ਸਾਰੀਆਂ ਗੱਲਾਂ ਲਿਖੀਆਂ ਨੇ। ਫਿਰ ਅੱਗੇ ਕੀ ਲਿਖਿਆ ਜੀ? ਅਤੇ ਘਿਸੜਨ ਵਾਲੇ ਜੀਵ ਜੰਤ ਦੇ ਰੂਪ ਦੀ ਮੂਰਤ ਨਾਲ ਵਟਾ ਦਿੱਤਾ। ਦੇਖੋ ਇਹ ਜਿੰਨੇ ਵੀ ਸੀਗੇ, ਕੌਣ ਕੌਣ ਸੀਗੇ? ਕੋਈ ਦੱਸ ਸਕਦਾਗਾ? ਪਹਿਲਾ ਕੌਣ ਸੀਗਾ? ਪਹਿਲਾਂ ਮਨੁੱਖ। ਮਨੁੱਖ ਜੀ, ਦੂਜਾ ਪੰਛੀ, ਪੰਛੀ, ਇਹ ਚੌਂਕਾ ਫਿਰ ਚਾਰ ਪੈਰਾਂ ਵਾਲਾ ਜਾਨਵਰ, ਫਿਰ ਕਿਸਣ ਵਾਲਾ। ਕਿਸਮ ਵਾਲੇ। ਇਹਨਾਂ ਨੂੰ ਕੀ ਕਰਦਾਗਾ? ਸੱਚੇ ਪਰਮੇਸ਼ਵਰ ਦੀ ਮੂਰਤ ਵਿੱਚ ਵਟਾ ਦਿੱਤਾਗਾ। ਇਨਸਾਨ ਕੀ ਕਰਦਾਗਾ? ਉਹ ਦੇਖਦਾਗਾ ਮੇਰਾ ਸੱਚਾ ਰੱਬ ਇਹ ਹੈ, ਉਹ ਦੇਖਦਾਗਾ ਮੈਨੂੰ ਸ਼ਾਂਤੀ ਕਿੱਥੋਂ ਮਿਲ ਸਕਦੀ ਹੈ, ਉਹ ਦੇਖਦਾਗਾ ਕਿ ਮੇਰੇ ਜੋ ਸਮੱਸਿਆ ਗਈ ਉਹਦਾ ਹੱਲ ਸ਼ਾਇਦ ਇੱਥੋਂ ਹੋ ਜਾਏ। ਹੁਣ ਦੇਖੋ ਇਨਸਾਨ ਕੀ ਕਰਦਾਗਾ? ਸ਼ਾਂਤੀ ਲੱਭਦਾਗਾ। ਇਨਸਾਨ ਨੂੰ ਕੀ ਚਾਹੀਦਾਗਾ? ਸਕੂਨ ਚਾਹੀਦਾਗਾ। ਇਨਸਾਨ ਨੂੰ ਕੀ ਚਾਹੀਦਾਗਾ? ਉਹਦਾ ਜੀਵਨ ਚਾਹੀਦਾਗਾ। ਲੇਕਿਨ ਇਨਸਾਨ ਉਹ ਜੀਵਨ ਲੈਣ ਦੇ ਲਈ ਪਰਮੇਸ਼ਵਰ ਦਾ ਖੋਜੀ ਨਹੀਂ ਹੈ। ਪਰਮੇਸ਼ਵਰ ਨੂੰ ਕਿਵੇਂ ਦੇਖੇ? ਪਰਮੇਸ਼ਵਰ ਦੇ ਕੋਲ ਕਿਵੇਂ ਜਾਵੇ? ਕਿਉਂਕਿ ਇਨਸਾਨ ਦੇ ਮੋਢੇ ਦੇ ਉੱਪਰ ਕਿਹੜੀ ਚੀਜ਼ ਦਾ ਵਜ਼ਨ ਆ ਚੁੱਕਿਆਗਾ? ਪਾਪ ਦਾ, ਸ਼ਰਾਬ ਦਾ, ਦੁੱਖਾਂ ਦਾ, ਕਰਜ਼ੇ ਦਾ, ਲਾਚਾਰੀ ਦਾ, ਉਹ ਸਾਰਾ ਬੋਝ ਤਾਂ ਉਹਦੇ ਮੋਢੇ ਦੇ ਉੱਪਰ ਆ ਚੁੱਕਿਆਗਾ। ਇਨਸਾਨ ਕਿਸ ਤਰ੍ਹਾਂ ਉੱਪਰ ਦੇਖੇ? ਜਦੋਂ ਪਰਮੇਸ਼ਵਰ ਨੇ ਗੱਲ ਦੇਖੀ ਕਿ ਜੋ ਮੇਰਾ ਬਣਾਇਆ ਹੋਇਆ ਇਨਸਾਨ ਹੈ ਉਹ ਤਾਂ ਕਦੇ ਮਨੁੱਖ ਦੇ ਵਿੱਚ ਰੱਬ ਨੂੰ ਦੇਖਦਾਗਾ, ਕਦੇ ਪਸ਼ੂਆਂ ਦੇ ਵਿੱਚ ਪਰਮੇਸ਼ਵਰ ਦੀ ਭਾਲ ਕਰਦਾਗਾ, ਕਦੇ ਪੰਛੀਆਂ ਵਿੱਚ ਪਰਮੇਸ਼ਵਰ ਦੀ ਭਾਲ ਕਰਦਾਗਾ, ਕਦੇ ਜਿਹੜੇ ਘਿਸਰ ਕੇ ਚੱਲਦੇ ਨੇ ਉਹਨਾਂ ਵਿੱਚ ਉਹ ਤਾਂ ਮੈਨੂੰ ਲੱਭਦਾਗਾ। ਤਾਂ ਪਰਮੇਸ਼ਵਰ ਤਾਂ ਰਿਹਾ ਨਹੀਂ ਗਿਆ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਇਹ ਪਰਮੇਸ਼ਵਰ ਦਾ ਪ੍ਰੇਮ ਸੀ ਕਿ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੋ ਖੁਦ ਪਰਮੇਸ਼ਵਰ ਨੇ, ਜਿਨ੍ਹਾਂ ਨੇ ਬੋਲ ਕੇ ਆਕਾਸ਼ ਬਣਾਇਆ, ਜਿਨ੍ਹਾਂ ਨੇ ਬੋਲ ਕੇ ਧਰਤੀ ਬਣਾਈ, ਉਹਨਾਂ ਨੇ ਕੀ ਕੀਤਾ? ਆਪਣਾ ਸਵਰਗ ਸਿੰਘਾਸਨ ਛੱਡ ਕੇ ਇਸ ਧਰਤੀ ਉੱਪਰ ਆ ਗਏ। ਕਿਉਂ? ਕਿਉਂਕਿ ਜਿਹੜਾ ਦਰਵਾਜ਼ਾ ਪਰਮੇਸ਼ਵਰ ਨੇ ਅਦਨ ਬਾਗ ਦੇ ਵਿੱਚ ਬੰਦ ਕਰ ਦਿੱਤਾ ਸੀਗਾ, ਉਹੀ ਦਰਵਾਜ਼ਾ ਖੋਲਣ ਦੇ ਲਈ ਇਸ ਧਰਤੀ ਉੱਪਰ ਕੋਈ ਮਨੁੱਖ ਨਹੀਂ ਸੀਗਾ। ਅਗਰ ਮਨੁੱਖ ਨੂੰ ਜੀਵਨ ਚਾਹੀਦਾ ਸੀਗਾ ਤਾਂ ਉਸ ਨੂੰ ਪਰਮੇਸ਼ਵਰ ਦੇ ਕੋਲ ਜਾਣਾ ਚਾਹੀਦਾ ਸੀਗਾ। ਅਗਰ ਇਨਸਾਨ ਨੂੰ ਜੀਵਨ ਚਾਹੀਦਾ ਸੀਗਾ ਤਾਂ ਉਸ ਨੂੰ ਪਰਮੇਸ਼ਵਰ ਦੇ ਕੋਲ ਜਾਣਾ ਚਾਹੀਦਾ ਸੀਗਾ। ਲੇਕਿਨ ਇਨਸਾਨ ਦੇ ਜੀਵਨ ਦੇ ਵਿੱਚ ਤਾਂ ਦੁੱਖ ਆ ਚੁੱਕਿਆਗਾ, ਬਿਮਾਰੀ ਆ ਚੁੱਕੀ ਹੈ, ਲਾਚਾਰੀ ਆ ਚੁੱਕੀ ਹੈ, ਪਾਪ ਆ ਚੁੱਕਿਆਗਾ, ਸ਼ਰਾਬ ਆ ਚੁੱਕੇ ਨੇ, ਔਰ ਇਨਸਾਨ ਹੁਣ ਉੱਪਰ ਨਹੀਂ, ਉਹ ਤਾਂ ਥੱਲੇ ਦੇਖ ਰਿਹਾਗਾ। ਜਦ ਇਹ ਗੱਲਾਂ ਪਰਮੇਸ਼ਵਰ ਨੇ ਦੇਖੀਆਂ ਪ੍ਰਭੂ ਯਿਸੂ ਮਸੀਹ ਨੇ, ਤਾਂ ਪ੍ਰਭੂ ਯਿਸੂ ਮਸੀਹ ਉਹ ਮਨੁੱਖ ਬਣ ਕੇ ਇਸ ਧਰਤੀ ਉੱਪਰ ਆ ਗਏ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਹਦਾ ਕਾਰਨ ਕਿ ਪਰਮੇਸ਼ਵਰ ਇਨਸਾਨ ਨੂੰ ਬਹੁਤ ਪਿਆਰ ਕਰਦੇ ਨੇ। ਇਹਦਾ ਕਾਰਨ ਕਿ ਪਰਮੇਸ਼ਵਰ ਤੁਹਾਨੂੰ ਬਹੁਤ ਪਿਆਰ ਕਰਦੇ ਨੇ। ਇਸ ਲਈ ਪਰਮੇਸ਼ਵਰ ਨੇ ਆਪਣਾ ਸਵਰਗ ਸਿੰਘਾਸਨ ਛੱਡ ਦਿੱਤਾ। ਕਿਉਂ? ਕਿਉਂਕਿ ਪ੍ਰਭੂ ਯਿਸੂ ਮਸੀਹ ਤੁਹਾਡੇ ਲਈ ਉਹ ਬੂਹਾ ਖੋਲਣ ਦੇ ਲਈ ਆਏ। ਜਿਹੜਾ ਬੂਹਾ ਬੰਦ ਹੋ ਚੁੱਕਿਆ ਸੀਗਾ, ਜਿਹੜਾ ਦਰਵਾਜ਼ਾ ਖੁਦ ਪਰਮੇਸ਼ਵਰ ਨੇ ਬੰਦ ਕਰ ਦਿੱਤਾ ਸੀਗਾ, ਹੁਣ ਉਹ ਦਰਵਾਜ਼ਾ ਖੋਲਣ ਦੇ ਲਈ ਇਨਸਾਨ ਕੀ ਕਰਦਾ ਸੀਗਾ? ਉਹ ਬਲੀਆਂ ਦਿੰਦਾ ਸੀਗਾ, ਪਸ਼ੂਆਂ ਦੀਆਂ ਬਲੀਆਂ ਦਿੰਦਾ ਸੀਗਾ, ਪੰਛੀਆਂ ਦੀਆਂ ਬਲੀਆਂ ਦਿੰਦਾ ਸੀਗਾ, ਲਹੂ ਦੁਆਰਾ ਮਾਫੀ ਮੰਗਦਾ ਸੀਗਾ। ਲੇਕਿਨ ਉਹ ਦਰਵਾਜ਼ਾ ਨਹੀਂ ਖੁੱਲ ਸਕਿਆ। ਲੇਕਿਨ ਪ੍ਰਭੂ ਯਿਸੂ ਮਸੀਹ ਜਦ ਧਰਤੀ ਉੱਪਰ ਆਏ ਤਾਂ ਪ੍ਰਭੂ ਯਿਸੂ ਮਸੀਹ ਆਪਣਾ ਲਹੂ ਬਹਾਉਣ ਦੇ ਲਈ ਆਏ, और प्रभु यीशु मसीह ने अपना लहू बहा दिता और अपना लहू लेके प्रभु यीशु मसीह उस परमेश्वर के कोल गए और की कहा कि ऐ मेरे परमेश्वर देख मैं इन्हां लोकां दे लई जिहड़े मेरे पर विश्वास करनगे उन्हां लई मैं मेरा लहू बहाउणागा और जो दरवाजा
ਤੁਸੀਂ ਬੰਦ ਕੀਤਾਗਾ ਉਸ ਦਰਵਾਜ਼ੇ ਨੂੰ ਤੁਸੀਂ ਖੋਲ ਦਿਓ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਹਾਲੇਲੂਆ। ਔਰ ਬਾਈਬਲ ਦੇ ਵਿੱਚ ਵਚਨ ਪੜ੍ਹੋ ਮੇਰੇ ਨਾਲ, ਯਹੂਨਾ ਦੀ ਅੰਜੀਲ ਉਹਦਾ 3 ਅਧਿਆਇ ਉਹਦਾ 16 ਵਚਨ ਪੜ੍ਹੋ। ਕਿਉਂਕਿ ਪਰਮੇਸ਼ਵਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਵਕ ਜੀਵਨ ਪਾਵੇ। ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਦੇਖੋ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਪਰਮੇਸ਼ਵਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਉਹ ਦੇ ਦਿੱਤਾ, ਤਾਂ ਜੋ ਕੋਈ ਵਿਸ਼ਵਾਸ ਕਰੇ ਉਹ ਨਾਸ ਨਾ ਹੋਏ, ਉਸ ਨੂੰ ਕੀ ਮਿਲੇ? ਸੰਦੀਪਕ ਜੀਵਨ। ਹਾਲੇਲੂਇਆ ਹਾਲੇਲੂਇਆ। ਉਸ ਨੂੰ ਕੀ ਮਿਲੇ? ਸੰਦੀਪਕ ਜੀਵਨ। ਕਿਹਨੂੰ ਮਿਲੇ? ਜੋ ਵਿਸ਼ਵਾਸ ਕਰੇ। ਕਿਹਦੇ ਉੱਪਰ ਵਿਸ਼ਵਾਸ ਕਰੇ? ਪ੍ਰਭੂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰੇ, ਉਹਨੂੰ ਕੀ ਮਿਲੇ? ਸੰਦੀਪਕ ਜੀਵਨ। ਹੁਣ ਇਨਸਾਨ ਵਿਸ਼ਵਾਸ ਕਿਹਦੇ ਉੱਪਰ ਕਰਦਾ ਸੀਗਾ? ਉਹ ਤਾਂ ਇਨਸਾਨ ਦੇ ਉੱਪਰ ਕਰਦਾ ਸੀਗਾ, ਉਹ ਤਾਂ ਕਿਸੇ ਪਸ਼ੂ ਦੇ ਉੱਪਰ ਵਿਸ਼ਵਾਸ ਕਰਦਾ ਸੀਗਾ, ਉਹ ਤਾਂ ਕਿਸੇ ਪੰਛੀ ਦੇ ਉੱਪਰ ਵਿਸ਼ਵਾਸ ਕਰਦਾ ਸੀਗਾ, ਉਹ ਤਾਂ ਕਿਸੇ ਕਿਸਮ ਵਾਲੇ ਜੀਵ ਜੰਤੂ ਉੱਪਰ ਵਿਸ਼ਵਾਸ ਕਰਦਾ ਸੀਗਾ। ਲੇਕਿਨ ਪ੍ਰਭੂ ਯਿਸੂ ਮਸੀਹ ਜਦ ਸੰਸਾਰ ਦੇ ਵਿੱਚ ਆਏ ਤਾਂ ਪ੍ਰਭੂ ਯਿਸੂ ਮਸੀਹ ਨੇ ਆਪਣਾ ਲਹੂ ਬਹਾ ਦਿੱਤਾ। ਕਾਹਦੇ ਲਈ? ਕਿ ਜੋ ਕੋਈ ਵਿਸ਼ਵਾਸ ਕਰੇ ਉਸ ਨੂੰ ਕੀ ਮਿਲੇ? ਅਨੰਤ ਕਾਲ ਦਾ ਜੀਵਨ ਮਿਲੇ। ਜਿਹੜਾ ਜੀਵਨ ਆਦਮ ਗਲਤੀ ਦੇ ਕਰਕੇ ਉਹ ਛੱਡ ਚੁੱਕਿਆ ਸੀਗਾ, ਉਹ ਜੀਵਨ ਜੋ ਪਰਮੇਸ਼ਵਰ ਨੇ ਆਦਮ ਨੂੰ ਦਿੱਤਾ ਸੀਗਾ, ਆਪਣੀ ਗਲਤੀ ਦੇ ਕਰਕੇ ਉਸ ਜੀਵਨ ਤੋਂ ਉਹ ਖਾਲੀ ਹੋ ਚੁੱਕਿਆ ਸੀਗਾ। ਪ੍ਰਭੂ ਯਿਸੂ ਮਸੀਹ ਧਰਤੀ ਉੱਪਰ ਆਏ। ਕਾਹਦੇ ਲਈ? ਆਪਣੀ ਜਾਨ ਦੇਣ ਦੇ ਲਈ, ਤਾਂ ਕਿ ਪ੍ਰਭੂ ਯਿਸੂ ਮਸੀਹ ਜਾਨ ਦੇਣ, ਪ੍ਰਭੂ ਯਿਸੂ ਮਸੀਹ ਆਪਣਾ ਜੀਵਨ ਦੇਣ। ਔਰ ਪ੍ਰਭੂ ਯਿਸੂ ਮਸੀਹ ਦੇ ਜੀਵਨ ਦੇਣ ਦੇ ਨਾਲ ਕੀ ਮਿਲੇ? ਇਨਸਾਨ ਨੂੰ ਜੀਵਨ ਮਿਲੇ। ਜੋ ਦਰਵਾਜ਼ਾ ਪਰਮੇਸ਼ਵਰ ਨੇ ਅਦਨ ਬਾਗ ਦੇ ਵਿੱਚ ਬੰਦ ਕੀਤਾ ਸੀਗਾ, ਉਹ ਦਰਵਾਜ਼ਾ ਪ੍ਰਭੂ ਯਿਸੂ ਮਸੀਹ ਨੇ ਖੋਲਿਆਗਾ। ਔਰ ਜੋ ਵਚਨ ਪੜਿਆ ਅੱਜ ਆਪਾਂ ਪੜਿਆ ਸੀਗਾ ਪ੍ਰਕਾਸ਼ ਦੀ ਪੋਥੀ ਉਹਦਾ 3 ਅਧਿਆਇ, ਆਪਾਂ ਪੜਿਆ ਸੀ 7 ਤੋਂ ਲੈ ਕੇ ਉਹਦੇ 10 ਤੱਕ। ਉਹਦਾ ਪੜੋ 7 ਵਚਨ। ਫਿਲਦਲਫੀਆ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ, ਭਈ ਉਹ ਜਿਹੜਾ ਪਵਿੱਤਰ ਹੈ, ਜਿਹੜਾ ਸੱਚ ਹੈ, ਜਿਹਦੇ ਕੋਲ ਦਾਊਦ ਦੀ ਕੁੰਜੀ ਹੈ, ਜਿਹੜਾ ਖੋਲਦਾ ਹੈ ਅਤੇ ਕੋਈ ਬੰਦ ਨਹੀਂ ਕਰਦਾ। ਸ਼ਾਂਤੀ ਨਾਲ ਪੜੋ ਜੀ। ਫਿਲਦਲਫੀਆ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ, ਭਈ ਉਹ ਜਿਹੜਾ ਪਵਿੱਤਰ ਹੈ, ਜਿਹੜਾ ਸੱਚ ਹੈ, ਜਿਹਦੇ ਕੋਲ ਦਾਊਦ ਦੀ ਕੁੰਜੀ ਹੈ, ਜਿਹੜਾ ਖੋਲਦਾ ਹੈ ਅਤੇ ਕੋਈ ਬੰਦ ਨਹੀਂ ਕਰਦਾ। ਦੇਖੋ ਪ੍ਰਭੂ ਯਿਸੂ ਮਸੀਹ ਦੇ ਲਈ ਲਿਖਿਆਗਾ ਕਿ ਜਿਹੜਾ ਖੋਲਦਾਗਾ ਉਹਨੂੰ ਕੋਈ ਬੰਦ ਨਹੀਂ ਕਰਦਾ। ਅੱਜ ਦੇਖੋ ਪ੍ਰਭੂ ਯਿਸੂ ਮਸੀਹ ਨੇ ਦਰਵਾਜ਼ਾ ਖੋਲਿਆ ਹੋਇਆਗਾ। ਯਹੂਨਾ 3:16 ਵਿੱਚ ਲਿਖਿਆਗਾ ਕਿ ਪਰਮੇਸ਼ਵਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਬੇਟਾ ਦੇ ਦਿੱਤਾ, ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਜੋ ਕੋਈ ਵਿਸ਼ਵਾਸ ਕਰੇ ਉਹ ਨਾਸ ਨਾ ਹੋਵੇ ਪਰ ਉਸ ਨੂੰ ਕੀ ਮਿਲੇ? ਸੰਦੀਪਕ ਜੀਵਨ ਮਿਲੇ। ਦੇਖੋ ਪ੍ਰਭੂ ਯਿਸੂ ਮਸੀਹ ਨੇ ਆਪਣਾ ਜੀਵਨ ਦੇ ਦਿੱਤਾ ਤਾਂ ਕਿ ਕੀ ਮਿਲੇ ਤੁਹਾਨੂੰ? ਉਹ ਜੀਵਨ ਮਿਲੇ। ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦੇ ਦਿੱਤੀ ਤਾਂ ਕਿ ਤੁਸੀਂ ਬਚਾਏ ਜਾਓ। ਇਹ ਕੀ ਕੀਤਾ ਪ੍ਰਭੂ ਯਿਸੂ ਮਸੀਹ ਨੇ? ਦਰਵਾਜ਼ਾ ਖੋਲ ਦਿੱਤਾਗਾ। ਔਰ ਜਿਹੜਾ ਦਰਵਾਜ਼ਾ ਪ੍ਰਭੂ ਯਿਸੂ ਮਸੀਹ ਨੇ ਖੋਲਿਆਗਾ ਉਸ ਨੂੰ ਕੋਈ ਬੰਦ ਨਹੀਂ ਕਰ ਸਕਦਾ। ਇੱਕ ਵਾਰ ਫਿਰ ਪੜੋ ਜੀ। ਫਿਲਦਲਫੀਆ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ, ਭਈ ਉਹ ਜਿਹੜਾ ਪਵਿੱਤਰ ਹੈ, ਜਿਹੜਾ ਸੱਚ ਹੈ, ਜਿਹਦੇ ਕੋਲ ਦਾਊਦ ਦੀ ਕੁੰਜੀ ਹੈ, ਜਿਹੜਾ ਪਵਿੱਤਰ ਹੈ, ਜਿਹੜਾ ਸੱਚ ਹੈ, ਜਿਹਦੇ ਕੋਲ ਦਾਊਦ ਦੀ ਕੁੰਜੀ ਹੈ, ਜਿਹੜਾ ਖੋਲਦਾ ਹੈ, ਜਿਹੜਾ ਖੋਲ ਦਿੰਦਾ ਹੈ ਅਤੇ ਕੋਈ ਬੰਦ ਨਹੀਂ ਕਰਦਾ, ਉਸ ਨੂੰ ਕੋਈ ਬੰਦ ਨਹੀਂ ਕਰ ਸਕਦਾ। ਅਤੇ ਬੰਦ ਕਰਦਾ ਹੈ, ਅਗਰ ਬੰਦ ਕਰਦਾ ਹੈ ਅਤੇ ਕੋਈ ਖੋਲਦਾ ਨਹੀਂ, ਉਸ ਨੂੰ ਕੋਈ ਖੋਲ ਨਹੀਂ ਸਕਦਾ। ਦੇਖੋ ਜਦੋਂ ਪਰਮੇਸ਼ਵਰ ਨੇ ਅਦਨ ਬਾਗ ਦੇ ਵਿੱਚ ਆਦਮ ਤੇ ਹਵਾ ਨੂੰ ਬਾਹਰ ਕੱਢ ਦਿੱਤਾ ਸੀਗਾ ਤਾਂ ਉਹ ਦੁਬਾਰਾ ਚਲੇ ਜਾਣ, ਉੱਥੇ ਉਹ ਦੁਬਾਰਾ ਪਰਮੇਸ਼ਵਰ ਨਾਲ ਮਿਲ ਜਾਣ, ਐਸਾ ਕੋਈ ਵੀ ਇਨਸਾਨ ਨਹੀਂ ਸੀਗਾ। ਖੁਦ ਪਰਮੇਸ਼ਵਰ ਨੇ ਬੰਦ ਕੀਤਾ ਸੀਗਾ ਤੇ ਉਸ ਨੂੰ ਕੋਈ ਨਹੀਂ ਖੋਲ ਸਕਿਆ। ਲੇਕਿਨ ਪ੍ਰਭੂ ਯਿਸੂ ਮਸੀਹ ਜਦੋਂ ਆ ਕੇ ਖੋਲਿਆਗਾ ਤਾਂ ਅੱਜ ਚਾਹੇ ਸ਼ੈਤਾਨ ਵੀ ਜ਼ੋਰ ਲਗਾ ਲਵੇ, ਇਹ ਸੰਸਾਰ ਦੇ ਲੋਕ ਚਾਹੇ ਜ਼ੋਰ ਲਗਾ ਲੈਣ, ਤਾਂ ਅੱਜ ਕੋਈ ਵੀ ਇਨਸਾਨ ਜਾਂ ਕੋਈ ਸ਼ੈਤਾਨ ਦੀ ਕੋਈ ਵੀ ਤਾਕਤ ਉਸ ਨੂੰ ਬੰਦ ਨਹੀਂ ਕਰ ਸਕਦੇ। ਜੋ ਮੁਕਤੀ ਪ੍ਰਭੂ ਯਿਸੂ ਮਸੀਹ ਨੇ ਇਨਸਾਨ ਦੇ ਲਈ ਰੱਖੀ ਹੈ, ਜੋ ਛੁਟਕਾਰਾ
प्रभु यीशु मसीह ने इंसान के लिए रखा है। जो जीवन इंसान ਨੂੰ प्रभु यीशु मसीह देना चाहते हैं, ਅੱਜ ਚਾਹੇ शैतान जिन्नी मर्जी ताकत लगा लवे, ਅੱਜ ਉਸ ਨੂੰ ਬੰਦ नहीं कर सकता, क्योंकि जिस ਨੂੰ प्रभु यीशु मसीह खोल ਦਿੰਦੇ ਨੇ ਉਸ ਨੂੰ ਕੋਈ ਬੰਦ नहीं कर सकता था। अगर किसी ਨੂੰ प्रभु यीशु मसीह बंद कर देन ਤੇ ਉਸ ਨੂੰ ਕੋਈ खोल नहीं सकता। ਅੱਗੇ ਪੜੋ ਜੀ। ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ, ਵੇਖ ਮੈਂ ਤੇਰੇ ਸਾਹਮਣੇ ਇੱਕ ਖੁੱਲਾ ਹੋਇਆ ਬੂਹਾ ਜਿਹੜਾ ਕਿਸੇ ਤੋਂ ਬੰਦ ਨਹੀਂ ਹੁੰਦਾ ਧਰਿਆ ਹੈ। ਇਸ ਲਈ ਜੋ ਤੈਨੂੰ ਕੁਝ ਸਮਰੱਥਾ ਹੈ ਅਤੇ ਤੈਂ ਮੇਰੇ ਵਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਤੋਂ ਇਨਕਾਰ ਨਹੀਂ ਕੀਤਾ, ਵੇਖ ਮੈਂ ਸ਼ੈਤਾਨ ਦੀ देखो की लिखेगा, मैं तेरे सामने एक बूहा खोल देता है। ये किसी एक इंसान के लिए नहीं है, या कले मलेरकोटले के लोगों के लिए नहीं है, या कले मुर्गे के लोगों के लिए नहीं है, ये पूरे संसार के लिए है, पूरे जगत लिए है कि प्रभु यीशु मसीह ने की कीतागा, वो दरवाजा खोल दितागा। प्रभु यीशु मसीह ने वो दरवाजा खोल दितागा, और जब प्रभु यीशु मसीह ने दरवाजा खोलियागा तो उसको कोई बंद नहीं कर सकता, शत्रु शैतान भी बंद नहीं कर सकता। लेकिन जब प्रभु यीशु मसीह ने बंद कर दिता तो फिर उसको कोई नहीं खोल सकता। इसका मतलब कि जो जीवन इंसान के कोल सी, उस तो बाद वो जीवन इंसान के हाथों चला गया, तो दुनिया के विच कोई भी ऐसी ताकत नहीं सी कि कीते गए बंद दरवाजे को कोई खोल सके। लेकिन प्रभु यीशु मसीह ने जब संसार के विच आए, प्रभु यीशु मसीह जब इंसान के लिए मार खाधी, कोड़ियां की मार खाधी, सिर के ऊपर कंडियां का ताज रखवाया, अपने हाथों पैरों के विच किले ठकवा लाए, क्रूस के ऊपर प्रभु यीशु मसीह ने अपनी जान दे दी, अपना लहू बहा दिता, और वही लहू लेके प्रभु यीशु मसीह उस परमेश्वर के कोल चले गए, उस पिता के कोल चले गए, और की कहा, ऐ मेरे परमेश्वर देख मैं इन्हां लोगों के लिए अपना लहू बहा दितागा, और जो दरवाजा बंद किया गया अज मैं वो दरवाजा खोल देनागा। हुण जिन्ने लोग मेरे ऊपर विश्वास करनगे वो मेरे लहू के द्वारा इस अनंत काल के जीवन दे विच आ सकते हैं। और बाइबल दे विच लिखिया गया, मेरे नाल वचन पढ़ो, इब्रानियां ओदा 10 अध्याय ओदा 19 वचन पढ़ो। उपरंत हे भरावो, ਜਦੋਂ ਸਾਨੂੰ ਯीशु ਦੇ ਲਹੂ ਦੇ ਕਾਰਨ ਪਵਿੱਤਰ ਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ। देखो बाइबल ਦੇ ਵਿੱਚ ਲਿਖਿਆ ਗਿਆ, हे ਭਰਾਵੋ, हे ਭਾਈਓ, कि सानू की है दलेरी है। काहदे लिए दलेरी है? कि इंसान है जो वो पवित्र स्थान के अंदर चला जाए। हालेलुया, पवित्र स्थान के अंदर किवें चला जाए? और कोई भी पवित्र स्थान है जो परमेश्वर ने बनायागा, ਉਹਦਾ दरवाजा तो होएगा ही। अगर परमेश्वर ने दरवाजा बंद किया सीगा तो बंद दरवाजे में कौन जा सकता है? वो तो कोई भी नहीं। लेकिन बाइबल में लिखा गया कि प्रभु यीशु मसीह, एक बार फिर पढ़ो। उपरंत हे भरावो, ਜਦੋਂ ਸਾਨੂੰ ਯीशु ਦੇ ਲਹੂ ਦੇ ਕਾਰਨ ਪਵਿੱਤਰ ਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ। देखो प्रभु यीशु मसीह के लहू के कारण मतलब कि प्रभु यीशु मसीह का लहू की करता है, इंसान को सारे पाप तो शुद्ध करता है। और प्रभु यीशु मसीह पर की करना पड़ेगा? इंसान को विश्वास करना पड़ेगा। जो इंसान प्रभु यीशु मसीह पर विश्वास करेगा उसको की मिलेगा? अनंत काल का जीवन मिलेगा। फिर पढ़ो जी भी। अर्थात उस नवे ਅਤੇ ਜਿਉਂਦੇ ਰਾਹ ਸੀ ਜਿਹੜਾ ਉਸਨੇ ਪਰਦੇ ਮਾਨੋ ਆਪਣੇ ਸਰੀਰ ਤਾਣੀ ਸਾਡੇ ਲਈ ਖੋਲਿਆ। देखो प्रभु यीशु मसीह की कहता इंसान के लिए खोलियागा, अपना लहू बहा के, प्रभु यीशु मसीह ने अपनी जान दे के, प्रभु यीशु मसीह ने अपना प्राण दे के की कीतागा? इंसान के लिए वो बंद किया गया दरवाजा खोलियागा। क्योंकि धरती ऊपर कोई भी ताकत नहीं सीगी, किसी भी इंसान की ताकत नहीं सीगी, किसी बलि की ताकत नहीं सीगी, किसी पशु के लहू की ताकत नहीं सीगी, किसी पंछी के लहू की ताकत नहीं सीगी कि वो पवित्र स्थान का दरवाजा खोल सके। लेकिन प्रभु यीशु मसीह ने की कीता? अपना पवित्र लहू वो बहा दिता, और उस लहू के द्वारा इंसान को की मिलती है? दलेरी मिलती है। काहदे लई? कि वो पवित्र स्थान दे विच चला जाए। जो अनंत काल का जीवन इंसान के कोल सी, लेकिन ओदी गलती दे करके वो हथों ओदे चला गया। फिर वो लभदागा कि मैनूं जीवन मिले, लेकिन मिलता किथे, देखदा किथे है? वो तो धरती के उपर देखदागा, अपने को थल्ले देखदागा। क्योंकि सब तो ऊपर इंसान है,
ਇਨਸਾਨ ਤੋਂ ਉੱਪਰ ਪਰਮੇਸ਼ਵਰ ਹੈ, ਲੇਕਿਨ ਉੱਪਰ ਤਾਂ ਪਰਮੇਸ਼ਵਰ ਵੱਲ ਦੇਖਦਾ ਹੀ ਨਹੀਂ। ਉਹ ਦੇਖਦਾ ਕਿਤੇ ਧਰਤੀ ਉੱਪਰ ਦੇਖਦਾਗਾ, ਕਦੇ ਇਨਸਾਨ ਨੂੰ ਦੇਖਦਾ ਤੂੰ ਮੇਰੇ ਵਰਗਾਗਾ, ਤੇਰੀਆਂ ਗੱਲਾਂ ਵਧੀਆ ਨੇ, ਤੂੰ 4-5 ਮੈਨੂੰ ਗੱਲਾਂ ਸੁਣਾਈਆਂ, ਤੇਰੀਆਂ ਗੱਲਾਂ ਵਿੱਚ ਮੈਨੂੰ ਸ਼ਾਂਤੀ ਲੱਗੀ, ਤੇਰੀਆਂ ਗੱਲਾਂ ਵਿੱਚ ਮੈਨੂੰ ਚੰਗਾ ਲੱਗਿਆ, ਤੂੰ ਮੇਰਾ ਗੁਰੂ ਬਣ ਜਾ ਤੇ ਮੈਂ ਤੇਰਾ ਚੇਲਾ ਬਣ ਜਾਵਾਂਗਾ। ਅੱਜ ਇਨਸਾਨ ਕੀ ਕਰਦਾਗਾ? ਆਪਣਾ ਗੁਰੂ ਕਿਹਨੂੰ ਬਣਾ ਲੈਂਦਾਗਾ? ਇਨਸਾਨ ਨੂੰ। ਉਹ ਵੀ 2-4 ਸਾਲ 5 ਸਾਲ ਬਾਅਦ 10 ਸਾਲ ਬਾਅਦ 20 ਸਾਲ ਬਾਅਦ ਮਰ ਜਾਂਦਾਗਾ। ਇਨਸਾਨ ਕੀ ਲੱਭਦਾਗਾ? ਜੀਵਨ ਲੱਭਦਾਗਾ। ਇਨਸਾਨ ਨੂੰ ਗੁਰੂ ਮੰਨ ਕੇ ਬੈਠ ਜਾਂਦਾਗਾ। ਇੱਥੇ ਤੱਕ ਕਿ ਇਨਸਾਨ ਖੁਦ ਆਪਣੇ ਹੱਥਾਂ ਨਾਲ ਕੁਝ ਐਸੀਆਂ ਮੂਰਤੀਆਂ ਬਣਾ ਲੈਂਦਾਗਾ, ਐਸੀਆਂ ਚੀਜ਼ਾਂ ਬਣਾ ਲੈਂਦਾਗਾ ਕਿ ਉਹਨਾਂ ਵਿੱਚੋਂ ਸ਼ਾਂਤੀ ਲੱਭਦਾਗਾ। ਆਪਣੇ ਹੱਥੀਂ ਬਣਾ ਕੇ ਮੂਰਤਾਂ, ਆਪਣੇ ਹੱਥੀਂ ਬਣਾ ਕੇ ਆਪਣੇ ਹੱਥਾਂ ਦੀ ਕਾਰਾਗਰੀ ਨਾਲ ਇਨਸਾਨ ਕੀ ਕਰਦਾਗਾ? ਉਹਨੂੰ ਆਪਣਾ ਰੱਬ ਮੰਨਦਾਗਾ, ਕਿਉਂਕਿ ਸਭ ਕੁਝ ਇਨਸਾਨ ਦੇ ਥੱਲੇ ਹੈ। ਹਰ ਇਨਸਾਨ ਉਹ ਥੱਲੇ ਹੀ ਦੇਖਦਾਗਾ ਕਿ ਮੈਨੂੰ ਸ਼ਾਂਤੀ ਮਿਲੇ, ਮੈਨੂੰ ਜੀਵਨ ਮਿਲੇ, ਮੈਨੂੰ ਆਨੰਦ ਮਿਲੇ, ਲੇਕਿਨ ਉੱਪਰ ਤਾਂ ਦੇਖਦਾ ਹੀ ਨਹੀਂ। ਉੱਪਰ ਕੌਣ ਹੈ? ਉੱਪਰ ਪਰਮੇਸ਼ਵਰ ਹੈ। ਜਦ ਇਨਸਾਨ ਦੇ ਉੱਪਰ ਇੰਨਾ ਪਾਪ, ਇੰਨਾ ਸ਼ਰਾਪ, ਇੰਨਾ ਦੁੱਖ, ਤਾਂ ਪ੍ਰਭੂ ਯਿਸੂ ਮਸੀਹ ਧਰਤੀ ਉੱਪਰ ਆਏ। ਔਰ ਪ੍ਰਭੂ ਯਿਸੂ ਮਸੀਹ ਨੇ ਉਹਦਾ ਸਾਰਾ ਸ਼ਰਾਪ, ਉਹਦਾ ਸਾਰਾ ਦੁੱਖ, ਉਹਦੀ ਸਾਰੀ ਬਿਮਾਰੀ, ਉਹਦੇ ਸਾਰੇ ਅਪਰਾਧ ਆਪਣੇ ਉੱਪਰ ਲੈ ਲਏ। ਔਰ ਇਨਸਾਨ ਆਜ਼ਾਦ ਹੋ ਗਿਆ। ਉਸ ਤੋਂ ਬਾਅਦ ਅੱਜ ਲੋਕ ਉੱਪਰ ਦੇਖਦੇ ਨੇ ਕਿ ਮੇਰਾ ਸਿਰਫ ਇੱਕੋ ਹੀ ਪਰਮੇਸ਼ਵਰ ਹੈ, ਮੈਂ ਉਸੇ ਪਰਮੇਸ਼ਵਰ ਦੀ ਆਰਾਧਨਾ ਕਰਾਂਗਾ, ਮੈਂ ਉਸੇ ਪਰਮੇਸ਼ਵਰ ਦੀ ਉਪਾਸਨਾ ਕਰਾਂਗਾ, ਮੈਂ ਉਸੇ ਪਰਮੇਸ਼ਵਰ ਦੇ ਲਈ ਆਪਣਾ ਜੀਵਨ ਅਰਪਣ ਕਰ ਦਿਆਂਗਾ। ਹਾਲੇਲੂਇਆ। ਇਹ ਗੱਲ ਉਹੀ ਕਰ ਸਕਦੇ ਨੇ ਕਿ ਜਿਨ੍ਹਾਂ ਦੇ ਉੱਪਰੋਂ ਸਾਰਾ ਦੁੱਖ, ਸਾਰੇ ਸ਼ਰਾਪ, ਸਾਰੇ ਪਾਪ ਪ੍ਰਭੂ ਯਿਸੂ ਮਸੀਹ ਨੇ ਆਪਣੇ ਉੱਪਰ ਲੈ ਲਏ ਨੇ। ਉਹਨਾਂ ਦੇ ਉੱਪਰ ਕੋਈ ਬੋਝ ਨਹੀਂ ਹੈ, ਉਹਨਾਂ ਦੇ ਮੋਢੇ ਦੇ ਉੱਪਰ ਕੋਈ ਬੋਝ ਨਹੀਂ ਹੈ। ਹੁਣ ਉਹ ਲੋਕ ਕਦੇ ਥੱਲੇ ਨਹੀਂ ਦੇਖਣਗੇ, ਉਹ ਤਾਂ ਆਪਣੇ ਪਰਮੇਸ਼ਵਰ ਦੀ ओर ਦੇਖਣਗੇ। ਹਾਲੇਲੂਇਆ। ਔਰ ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾਗਾ? ਜੋ ਦਰਵਾਜ਼ਾ ਬੰਦ ਹੋ ਚੁੱਕਿਆ ਸੀਗਾ, ਉਹੀ ਦਰਵਾਜ਼ਾ ਪ੍ਰਭੂ ਯਿਸੂ ਮਸੀਹ ਨੇ ਖੋਲਿਆਗਾ। ਇੱਕ ਵਾਰ ਫਿਰ ਪੜੋ ਮੇਰੇ ਨਾਲ ਪ੍ਰਕਾਸ਼ ਦੀ ਪੋਥੀ, ਉਹਦਾ 3 ਅਧਿਆਇ, ਉਹਦਾ 7 ਵਚਨ। ਫਿਲਦੈਲਫੀਆ ਦੀ ਕਲੀਸਿਆ ਦੇ ਦੂਤ ਨੂੰ ਇਹੋ ਲਿਖ, ਭਈ ਉਹ ਜਿਹੜਾ ਪਵਿੱਤਰ ਹੈ, ਜਿਹੜਾ ਸੱਤ ਹੈ, ਜਿਹਦੇ ਕੋਲ ਦਾਊਦ ਦੀ ਕੁੰਜੀ ਹੈ। ਦੇਖੋ ਪ੍ਰਭੂ ਯਿਸੂ ਮਸੀਹ ਬਾਰੇ ਲਿਖਿਆਗਾ ਕਿ ਜਿਹੜਾ ਪਵਿੱਤਰ ਹੈ, ਜਿਹੜਾ ਸੱਚਾਗਾ, ਔਰ ਜਿਹਦੇ ਕੋਲ ਦਾਊਦ ਦੀ ਕੁੰਜੀ ਹੈ, ਜਿਹੜਾ ਖੋਲਦਾ ਹੈ, ਦੇਖੋ ਜਿਹੜਾ ਖੋਲ ਦਿੰਦਾਗਾ ਅਤੇ ਕੋਈ ਬੰਦ ਨਹੀਂ ਕਰਦਾ, ਉਸ ਨੂੰ ਕੋਈ ਬੰਦ ਨਹੀਂ ਕਰ ਦਿੰਦਾ, ਅਤੇ ਬੰਦ ਕਰਦਾ ਹੈ ਅਤੇ ਕੋਈ ਨਹੀਂ ਖੋਲਦਾ, ਉਸ ਨੂੰ ਕੋਈ ਨਹੀਂ ਖੋਲ ਸਕਦਾ। ਦੇਖੋ ਇੱਥੇ ਲਿਖਿਆਗਾ ਪ੍ਰਭੂ ਯਿਸੂ ਮਸੀਹ ਅਗਰ ਖੋਲ ਦਿੰਦੇ ਨੇ ਤਾਂ ਉਸ ਨੂੰ ਕੋਈ ਬੰਦ ਨਹੀਂ ਕਰ ਦਿੰਦਾ। ਅਗਰ ਪ੍ਰਭੂ ਯਿਸੂ ਮਸੀਹ ਨੇ ਬੰਦ ਕਰਤਾ ਤਾਂ ਉਸ ਨੂੰ ਕੋਈ ਖੋਲ ਨਹੀਂ ਸਕਦਾ। ਅੱਜ ਤੋਂ ਤਕਰੀਬਨ 2000 ਸਾਲ ਪਹਿਲਾਂ ਤਕਰੀਬਨ ਪ੍ਰਭੂ ਯਿਸੂ ਮਸੀਹ ਨੇ ਆਪਣਾ ਲਹੂ ਬਹਾ ਦਿੱਤਾਗਾ। ਅੱਜ ਪ੍ਰਭੂ ਯਿਸੂ ਮਸੀਹ ਨੇ ਲਹੂ ਬਹਾਏ ਦੇ ਕਾਰਨ ਉਹ ਦਰਵਾਜ਼ਾ ਖੋਲ ਦਿੱਤਾਗਾ। ਅੱਜ ਉਹ ਦਰਵਾਜ਼ਾ ਸ਼ੈਤਾਨ ਵੀ ਚਾਹੇ ਤਾਂ ਬੰਦ ਨਹੀਂ ਕਰ ਸਕਦਾ। ਅੱਜ ਜਿੰਨੇ ਲੋਕ ਚਾਹਣ ਤਾਂ ਉਹ ਪਵਿੱਤਰ ਸਥਾਨ ਦੇ ਵਿੱਚ ਉਹ ਸਵਰਗ ਦੇ ਲਈ ਤਿਆਰ ਹੋ ਸਕਦੇ ਨੇ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਖੋਲਿਆਗਾ। ਲੇਕਿਨ ਇੱਕ ਸਮਾਂ ਐਸਾ ਆਏਗਾ ਕਿ ਉਹੀ ਦਰਵਾਜ਼ਾ ਜੋ ਪ੍ਰਭੂ ਯਿਸੂ ਮਸੀਹ ਨੇ ਬੰਦ ਦਰਵਾਜ਼ਾ ਖੋਲਿਆ ਸੀਗਾ, ਉਹੀ ਦਰਵਾਜ਼ਾ ਪ੍ਰਭੂ ਯਿਸੂ ਮਸੀਹ ਆਪਣੇ ਹੱਥੀਂ ਬੰਦ ਕਰ ਦੇਣਗੇ। ਤੇ ਉਸ ਤੋਂ ਬਾਅਦ ਦੁਨੀਆ ਦੀ ਕੋਈ ਤਾਕਤ ਉਹ ਦਰਵਾਜ਼ਾ ਨਹੀਂ ਖੋਲ ਸਕਦੀ। ਇੱਕ ਵਾਰ ਫਿਰ ਪ੍ਰਭੂ ਯਿਸੂ ਮਸੀਹ ਉਹ ਦਰਵਾਜ਼ਾ ਬੰਦ ਕਰਨ ਦੇ ਲਈ ਜਾ ਰਹੇ ਨੇ। ਉਸ ਤੋਂ ਪਹਿਲਾਂ ਕਿ ਪ੍ਰਭੂ ਯਿਸੂ ਮਸੀਹ ਦਰਵਾਜ਼ਾ ਬੰਦ ਕਰਨ, ਉਸ ਤੋਂ ਪਹਿਲਾਂ ਕਿ ਪ੍ਰਭੂ ਯਿਸੂ ਮਸੀਹ ਉਸ ਦਰਵਾਜ਼ੇ ਨੂੰ ਬੰਦ ਕਰ ਦੇਣ, ਤੇ ਸਾਡਾ ਫਰਜ਼ ਕੀ ਹੈ ਕਿ ਅਸੀਂ ਉਸ ਪਵਿੱਤਰ ਸਥਾਨ ਦੇ ਅੰਦਰ ਪ੍ਰਵੇਸ਼ ਕਰ ਲਈਏ, ਅਸੀਂ ਉਸ ਪਵਿੱਤਰ ਸਥਾਨ ਦੇ ਅੰਦਰ ਚਲੇ ਜਾਈਏ, ਅਸੀਂ ਉਸ ਸਵਰਗ ਦੇ ਵਿੱਚ ਚਲੇ ਜਾਈਏ। ਲੇਕਿਨ ਉਹਦੇ ਲਈ ਕੀ ਕਰਨਾ ਪਏਗਾ? ਸਾਨੂੰ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣਾ ਪਏਗਾ। ਕਾਹਦੇ ਲਈ? ਜੀਵਨ ਲੈਣ ਦੇ ਲਈ। ਅਗਰ ਸਾਨੂੰ ਜੀਵਨ ਚਾਹੀਦਾਗਾ ਤੇ ਉਹਦੇ ਲਈ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣਾ ਪਏਗਾ, ਕਿਉਂਕਿ ਅੱਜ ਪ੍ਰਭੂ ਯਿਸੂ ਮਸੀਹ ਨੇ ਦਰਵਾਜ਼ਾ ਖੋਲਿਆ ਹੋਇਆਗਾ। ਅੱਜ ਪ੍ਰਭੂ ਯਿਸੂ ਮਸੀਹ ਨੂੰ ਬੰਦ ਨਹੀਂ ਕਰਨਾ ਚਾਹੁੰਦੇ, ਲੇਕਿਨ ਜਦੋਂ ਪ੍ਰਭੂ ਯਿਸੂ ਮਸੀਹ ਨੇ ਦਰਵਾਜ਼ਾ ਬੰਦ ਕਰ ਦਿੱਤਾ ਤਾਂ ਫਿਰ ਉਸ ਨੂੰ ਕੋਈ ਖੋਲ ਨਹੀਂ ਸਕਦਾ। ਕੋਈ ਵੀ ਨਹੀਂ ਖੋਲ ਸਕਦਾ, ਤੁਸੀਂ ਵੀ ਨਹੀਂ ਖੋਲ ਸਕਦੇ। ਔਰ ਦੁਨੀਆ ਦੀ ਕੋਈ ਤਾਕਤ, ਤੁਹਾਡਾ ਰੁਪਿਆ ਪੈਸਾ, ਤੁਸੀਂ ਚਾਹੇ ਕੁਝ ਵੀ ਕਰ ਲਓ, ਤੁਸੀਂ ਹੜਤਾਲ ਕਰ ਲਓ, ਧਰਨੇ ਦੇਵੋ, ਕੁਝ ਵੀ ਕਰੋ, ਲੇਕਿਨ ਉਹ ਦਰਵਾਜ਼ਾ ਖੋਲਣੇ ਵਾਲਾ ਨਹੀਂ ਹੈ, ਕਿਉਂਕਿ ਅੱਜ ਦਰਵਾਜ਼ਾ ਖੋਲਿਆ ਹੋਇਆਗਾ। ਔਰ ਅੱਜ ਸਮਾਂ ਹੈ ਤੁਹਾਡੇ ਕੋਲ ਕਿ ਤੁਸੀਂ ਉਸ ਦਰਵਾਜ਼ੇ ਦੇ ਰਾਹੀਂ ਉਹ ਪਵਿੱਤਰ ਸਥਾਨ ਦੇ ਵਿੱਚ ਐਂਟਰੀ ਕਰ ਸਕਦੇ ਹੋ। ਪੜੋ ਜੀ ਇੱਕ ਵਾਰ ਫਿਰ। ਫਿਲਦੈਲਫੀਆ ਦੀ ਕਲੀਸਿਆ ਦੇ ਦੂਤ ਨੂੰ ਇਹੋ ਲਿਖ, ਭਈ ਉਹ ਜਿਹੜਾ ਪਵਿੱਤਰ ਹੈ, ਜਿਹੜਾ ਸੱਤ ਹੈ, ਜਿਹਦੇ ਕੋਲ ਦਾਊਦ ਦੀ ਕੁੰਜੀ ਹੈ, ਜਿਹੜਾ ਖੋਲਦਾ ਹੈ ਅਤੇ ਕੋਈ ਬੰਦ ਨਹੀਂ ਕਰਦਾ,
ਅਤੇ ਬੰਦ ਕਰਦਾ ਹੈ ਅਤੇ ਕੋਈ ਨਹੀਂ ਖੋਲਦਾ। ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਵੇਖ, ਮੈਂ ਤੇਰੇ ਸਾਹਮਣੇ ਇੱਕ ਖੁੱਲਾ ਹੋਇਆ ਬੂਹਾ ਜਿਹੜਾ ਕਿਸੇ ਤੋਂ ਬੰਦ ਨਹੀਂ ਹੁੰਦਾ ਧਰਿਆ ਹੈ। ਇਸ ਲਈ ਜੋ ਤੈਨੂੰ ਕੁਝ ਸਮਰੱਥਾ ਹੈ ਅਤੇ ਤੈਂ ਮੇਰੇ ਵਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਤੋਂ ਇਨਕਾਰ ਨਹੀਂ ਕੀਤਾ। ਦੇਖੋ ਕੀ ਕਰਿਆ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਇੱਕ ਬੂਹਾ ਖੁੱਲਿਆ ਹੋਇਆ ਰੱਖਿਆ ਹੋਇਆਗਾ। ਤੇਰੇ ਸਾਹਮਣੇ ਇੱਕ ਖੁੱਲਿਆ ਹੋਇਆ ਬੂਹਾ ਰੱਖਿਆਗਾ ਜਿਹੜਾ ਕਿਸੇ ਤੋਂ ਵੀ ਬੰਦ ਨਹੀਂ ਹੁੰਦਾ। ਦੁਨੀਆ ਦੀ ਕੋਈ ਤਾਕਤ ਨਹੀਂ ਬੰਦ ਕਰ ਸਕਦੀ। ਤੁਹਾਡੇ ਰਿਸ਼ਤੇਦਾਰ, ਤੁਹਾਡੇ ਭੈਣ ਭਾਈ, ਤੁਹਾਡੀ ਪਤਨੀ, ਤੁਹਾਡਾ ਪਤੀ, ਤੁਹਾਡੇ ਬੱਚੇ, ਤੁਹਾਡੇ ਮਾਂ-ਬਾਪ, ਤੁਹਾਡੀ ਬਰਾਦਰੀ, ਉਹ ਬੂਹਾ ਕੋਈ ਵੀ ਬੰਦ ਨਹੀਂ ਕਰ ਸਕਦਾ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਖੋਲਿਆ ਹੋਇਆਗਾ। ਲੇਕਿਨ ਜਦੋਂ ਉਹ ਬੂਹਾ ਪ੍ਰਭੂ ਯਿਸੂ ਮਸੀਹ ਨੇ ਬੰਦ ਕਰ ਦਿੱਤਾ ਤਾਂ ਫਿਰ ਚਾਹੇ ਕੋਈ ਵੀ ਆ ਜਾਏ ਤਾਂ ਫਿਰ ਉਹ ਖੁੱਲਣੇ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਕਿ ਉਹ ਬੂਹਾ ਬੰਦ ਹੋਏ, ਇਸ ਤੋਂ ਪਹਿਲਾਂ ਕਿ ਪ੍ਰਭੂ ਯਿਸੂ ਮਸੀਹ ਆਪਣੇ ਹੱਥੀਂ ਉਸ ਬੂਹੇ ਨੂੰ ਬੰਦ ਕਰ ਦੇਣ, ਉਸ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰ ਕਰੋ। ਆਪਣਾ ਜੀਵਨ ਪ੍ਰਭੂ ਯਿਸੂ ਮਸੀਹ ਦੇ ਹਵਾਲੇ ਕਰ ਦਿਓ। ਔਰ ਜੋ ਜੀਵਨ ਪ੍ਰਭੂ ਯਿਸੂ ਮਸੀਹ ਤੁਹਾਨੂੰ ਦੇਣਾ ਚਾਹੁੰਦੇ ਨੇ, ਉਹ ਜੀਵਨ ਦੀ ਭਾਲ ਦੇ ਲਈ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਕੋਲ ਆਓ ਤਾਂ ਕਿ ਤੁਸੀਂ ਉਸ ਪਵਿੱਤਰ ਸਥਾਨ ਦੇ ਵਿੱਚ ਪ੍ਰਵੇਸ਼ ਕਰ ਸਕੋ। ਆਓ ਸਾਰੇ ਆਪਣੀਆਂ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਉਣੇ ਹਾਂ। ਔਰ ਹੁਣ ਕੋਈ ਵੀ ਜਨ अपनी आंख नहीं खोलेगा और सिर्फ समागा हम कि अपने आप को एक सवाल करो कि जो दरवाजा प्रभु यीशु मसीह ने खोलियागा कि मैं उस पवित्र स्थान के अंदर जा सकता हूँ क्योंकि खोलने वाले कोई और नहीं तो प्रभु यीशु मसीह ने। और दुनिया की कोई भी ताकत वो दरवाजा खोल नहीं सकी। जिस दरवाजे के अंदर, जिस पवित्र स्थान के अंदर वो अनंत काल का जीवन है, वो सदा का जीवन है, वो जीवन जो जीवन प्रभु यीशु मसीह देने लिए आए। और सचमुच वो अज दरवाजा प्रभु यीशु मसीह ने खोलियागा, वो तुहाडे लिए खोलिया होयागा, वो मेरे लिए खोलिया होयागा। अपने आप को देखो, अपने आप को विचार करो कि वो दरवाजा प्रभु यीशु मसीह ने मेरे लिए खोलियागा। चाहे मैं अनपढ़ हाँ, चाहे मैं किसी भी बरादरी दागा, किसी भी समाज दागा, किसी भी सोसाइटी में रहना गा, किसी भी देश का वासी हाँ, मैं किहो जा भी हाँ, लोग मैंने पसंद करते हैं या नहीं पसंद करते, मैं मेरे जीवन तो दुखी हाँ, लेकिन प्रभु यीशु मसीह कहते हैं कि मेरे बेटे, मेरी बेटी, मैं तेरे लिए एक बुआ खोल दिता गा। मैं तेरे लिए वो पवित्र स्थान का दरवाजा खोलिया होयागा। मेरे बेटे, मेरी बेटी, मैं चाहूँगा तू प्रवेश कर, तू अंदर आ। मैं चाहूँगा तू मेरे ऊपर विश्वास कर। मैं चाहूँगा कि मैं तेरे जीवन के सारे श्राप तोड़ दिया, मैं शैतान के बंधन खत्म कर दिया तेरे जीवन के विचों। पर मेरे बेटे, मेरी बेटी, मैं तेरे लिए वो पवित्र स्थान का बुहा खोलियागा। मैं तेरे जीवन देना चाहूँगा और अनंत काल का जीवन, वो सदा का जीवन। सचमुच वो प्रभु यीशु वो जीवन देना चाहते हैं। कि तुसी तैयार हो? अगर तैयार हो तो जो तुम्हारा जीवन है एक ऐसा भी है, नशे का, बीमारी का गुलाम है, शराब का गुलाम है, पाप का गुलाम है, किसी भी चीज का गुलाम है, तो आज अपना ऐसा ही जीवन वो प्रभु यीशु मसीह को दे दियो ताकि बदले में प्रभु यीशु मसीह तुहानू वो अनंत काल का जीवन दे। अपना विश्वास सिर्फ और सिर्फ प्रभु यीशु मसीह के ऊपर लेके आओ। इस वचन
ਸਮਝ ਸਕੋ, ਇਸ ਨੂੰ ਮੰਨ ਸਕੋ, ਇਸ ਦੇ ਅਨੁਸਾਰ ਜੀਵਨ ਜੀ ਸਕੋ। ਇਸ ਵਚਨ ਦੀ ਆਸ ਨਾਲ ਪ੍ਰਭੂ ਯਿਸੂ ਮਸੀਹ ਸਭ ਨੂੰ ਕਰਦੇ ਹਨ। ਥੈਂਕ ਯੂ ਲਾਰਡ। ਥੈਂਕ ਯੂ ਜੀਸਸ। ਹਾਲੇਲੂਇਆ ਮੇਰੇ ਪਿਤਾ ਜੀ।